ਅਲੱਗ-ਅਲੱਗ ਫਲੇਵਰ ਦੇ ਪ੍ਰੋਟੈਕਸ਼ਨ ਜਿਹੜੀ ਹੈ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਮਿਲਦੀ ਹੈ ਅਤੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਤਾਂ ਬੜੀ ਗਿਣਤੀ ਦੇ ਵਿੱਚ ਜਿਹੜੇ ਅਸੀਂ ਕਹਿ ਲਈਏ ਕਿ ਸੰਬੰਧ ਬਣਾਉਣ ਤੋਂ ਪਹਿਲਾਂ ਉਹਨੂੰ ਯੂਜ਼ ਕਰਨ ਲੱਗੇ ਹੋਏ ਨੇ ਜੀ। ਫਿਰ ਉਹ ਤੁਹਾਡੀ ਨਜ਼ਰ 'ਚ ਕੀ ਨੇ? ਦੇਖੋ ਜੀ, ਇੱਕ ਮਾਰਕੀਟ ਸਟੰਟ ਹੈ। ਇੱਕ ਆਪਾਂ ਇੱਦਾਂ ਦੀ ਐਡ ਬਣਾਵਾਂਗੇ, ਫਿਰ ਆਪਾਂ ਉਹਨੂੰ ਪਾਵਾਂਗੇ। ਕੋਈ ਵੱਡੀਆਂ ਕੰਪਨੀਆਂ ਇੱਕ ਲਾਲਚ ਦਿੰਦੀਆਂ, ਆਪਾਂ ਇੱਕ ਕਹਿ ਲਈਏ ਵੀ ਇੱਕ ਉਹ ਹਨੀ ਟਰੈਪ ਹੈ, ਉਹਨੂੰ ਆਪਾਂ ਇੱਦਾਂ ਇੱਕ ਵਧੀਆ ਚੀਜ਼ ਪੇਸ਼ ਕਰ ਰਹੇ ਹਾਂ ਵੀ ਪਤਾ ਨਹੀਂ ਕੀ ਹੋ ਜਾਣਾ ਉਹਦੇ ਨਾਲ। ਕੁਛ ਨਹੀਂ ਹੈਗਾ, ਉਹ ਇੱਕ ਸਿਰਫ ਲੋਕਾਂ ਨੂੰ ਲੁਭਾਉਣ ਦੀ ਟੈਕਨੀਕ ਹੈ। ਉਹ ਜਿੰਨੇ ਜ਼ਿਆਦਾ ਪਹਿਲਾਂ ਉਹਨਾਂ ਨੂੰ ਫਸਾਉਣਗੇ ਗੱਲ ਦੇ ਵਿੱਚ, ਫਿਰ ਉਹਨੂੰ ਜਿਹੜੀ ਬਿਮਾਰੀ ਲੱਗੇਗੀ, ਜਿਹੜਾ ਸਕਿਨ ਡਿਸੀਜ਼ ਹੋਏਗਾ, ਫਿਰ ਉਹਦੇ ਪ੍ਰੋਡਕਟ ਬਣਾਏਗੀ ਉਹੀ ਕੰਪਨੀ, ਫਿਰ ਉਹੀ ਕੰਪਨੀ ਉਹਨੂੰ ਵੇਚੇਗੀ। ਸੋ ਇੱਕ ਇੱਦਾਂ ਦਾ ਗੁੰਝਲਦਾਰ ਟਰੈਪ ਹੈਗਾ। ਔਰ ਨਾਲ ਹੀ ਉਹਨਾਂ ਨੇ ਨਵਾਂ ਕੰਸੈਪਟ ਲੈਣ ਦਾ ਫਲੇਵਰ ਫੰਡ। ਉਹ ਬੰਦਾ ਜੇ ਚਾਹੇ ਵੀ ਮੈਂ ਨਹੀਂ ਯੂਜ਼ ਕਰਨਾ ਜਾਂ ਕੋਈ ਗੱਲ, ਤਾਂ ਉਹਦਾ ਪਾਰਟਨਰ ਉਹਨੂੰ ਮਜਬੂਰ ਕਰਦਾ। ਉਹ ਫੀਮੇਲ ਸਾਈਡ ਤੋਂ ਉਹਦੀ ਵਾਈਫ ਵੱਲੋਂ ਜਾਂ ਉਹਦੀ ਗਰਲਫਰੈਂਡ ਵੱਲੋਂ ਪ੍ਰੈਸ਼ਰ ਆ ਜਾਂਦਾ ਵੀ ਮੈਨੇ ਉਸकी ਐਡ ਦੇਖੀ ਥੀ, ਆਪ ਲੈ ਕਰ ਆਓ। ਅਤੇ ਉਹ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਵੀ ਸਿਰਫ ਇੱਕ ਹਨੀ ਟਰੈਪ ਹੈ, ਇੱਕ ਮਿੱਠਾ ਤੁਹਾਨੂੰ ਜਾਲ ਕਰਕੇ ਉਹਨਾਂ ਨੇ ਤੁਹਾਨੂੰ ਫਸਾਉਣਾ ਵਿੱਚ ਉਹਦੇ, ਅਤੇ ਤੁਸੀਂ ਫਸਣਾ। ਜਦੋਂ ਅਸੀਂ ਇਸ ਤਰ੍ਹਾਂ ਦੇ ਕਹਿ ਲਈਏ ਕਿ ਜਦੋਂ ਅਸੀਂ ਫਲੇਵਰਡ ਜਿਹੜੀ ਪ੍ਰੋਟੈਕਸ਼ਨ ਯੂਜ਼ ਕਰਦੇ ਹਾਂ, ਇਹਦੇ ਨੁਕਸਾਨ ਕਿੰਨੇ ਕੁ ਤੁਸੀਂ ਮੰਨਦੇ ਹੋ? ਨੁਕਸਾਨ ਹੈ ਜਾਂ ਨਹੀਂ ਹੈ ਜਿਨ੍ਹਾਂ ਦੇ ਕਮਰਿਆਂ ਦੇ ਵਿੱਚ ਇਹ ਚੀਜ਼ ਪਈ ਹੈ? ਦੇਖੋ ਫਰੂਕੀ ਸਾਹਿਬ, ਮੈਂ ਤੁਹਾਨੂੰ ਟੂ ਬੀ ਫਰੈਂਕ ਗੱਲ ਕਰਾਂ, ਇੱਕ ਸਿੱਧੀ ਜਿੱਦਾਂ ਪੰਜਾਬੀ 'ਚ ਕਹਿੰਦੇ ਸਿੱਧੀ ਗੱਲ ਕਰਾਂ, ਮੈਨੂੰ ਇਹਦਾ ਫਾਇਦਾ ਕੋਈ ਨਹੀਂ ਲੱਭਾ। ਜੇ ਤੁਹਾਨੂੰ ਲੱਭਿਆ ਤਾਂ ਮੈਨੂੰ ਜ਼ਰੂਰ ਦੱਸਿਓ। ਫਾਇਦਾ ਕੋਈ ਨਹੀਂ ਹੈਗਾ, ਇਹਦੇ ਸਾਰੇ ਨੁਕਸਾਨ ਹੀ ਨੇ। ਸਿਰਫ ਇੱਕ ਤੁਸੀਂ ਪੰਜਾਬੀ 'ਚ ਕਹੀਏ ਵੀ ਟਾਈਮ ਸਿਰ ਬ੍ਰੇਕ ਨਾ ਮਾਰੋ, ਅਤੇ ਉਹਦੇ ਪਿੱਛੇ ਤੁਸੀਂ ਗੱਡੀ ਦਾ ਸਾਰਾ ਸੱਤਿਆਨਾਸ਼ ਕਰ ਲਓ। ਅਤੇ ਇਹਦੇ 'ਚ ਕੀ ਅਕਲਮੰਦੀ ਕੀ ਹੋਈ ਵੀ ਤੁਸੀਂ ਆਪਣੇ ਸਰੀਰ ਨੂੰ ਸੰਭਾਲਣ ਦੀ ਬਜਾਏ ਪੈਸੇ ਖਰਚ ਕੇ ਉਹਨੂੰ ਵਿਗਾੜ ਲਓ ਚੰਗੀ ਤਰ੍ਹਾਂ। ਫਿਰ ਕਿਸੇ ਡਾਕਟਰ ਦਾ ਬੂਹਾ ਖੜਕਾਓ, ਜਾ ਕੇ ਕਿਸੇ ਵੈਦ ਦਾ ਬੂਹਾ ਖੜਕਾਓ, ਫਿਰ ਆਪਣੇ ਟੈਸਟ ਕਰਾਓ। ਉਹ ਦੱਸੋ ਸੌਖਾ ਕੰਮ ਕਿਹੜਾ? ਇਹ ਵੀ ਦੱਸੋ ਕਿ ਜਦੋਂ ਅਸੀਂ ਯੂਜ਼ ਇੰਨਾ ਕਰਦੇ ਹਾਂ, ਇੰਨੀ ਯੂਜ਼ਿੰਗ ਇਹਦੀ ਵਧਾ ਦਿੰਦੇ ਹਾਂ, ਅਤੇ ਸਾਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਸਾਡਾ ਸਿਸਟਮ ਹੈਗਾ ਉਹ ਹੁਣ ਹਿੱਲ ਰਿਹਾ ਹੈ, ਅਸੀਂ ਬਿਮਾਰੀ ਵੱਲ ਨੂੰ ਵੱਧ ਰਹੇ ਹਾਂ, ਸਾਡਾ ਪਾਰਟਨਰ ਬਿਮਾਰੀ ਵੱਲ ਨੂੰ ਵੱਧ ਰਿਹਾ ਹੈ? ਪਤਾ ਕਿਵੇਂ ਲੱਗੇ ਜੀ? ਦੇਖੋ ਫਰੂਕੀ ਸਾਹਿਬ, ਆਪਣੇ ਬਹੁਤ ਵੱਡੀ ਇੱਕ ਕਮੀ ਹੈਗੀ ਹੈ ਆਪਣੇ ਲੋਕਾਂ ਦੇ ਵਿੱਚ ਵੀ ਜਦੋਂ ਕੋਈ ਪ੍ਰੋਬਲਮ ਹੋ ਜਾਂਦੀ ਨਾ ਆਪਾਂ ਆਪਣੇ ਆਪ ਨੂੰ ਮਨਾਉਣ ਨੂੰ ਟਾਈਮ ਬਹੁਤ ਲਾ ਦਿੰਦੇ ਹਾਂ। ਗੋਰਿਆਂ ਵਿੱਚ ਇਹ ਚੀਜ਼ ਨਹੀਂ ਹੈਗੀ। ਗੋਰਿਆਂ ਦੇ ਵਿੱਚ ਜਦੋਂ ਉਹਨੂੰ ਇੱਕ ਜਾਂ ਦੋ ਵਾਰੀ ਲੱਗੇ ਕਿ ਉਹਦਾ ਪਾਰਟਨਰ ਹੀ ਉਹਨੂੰ ਕਹਿ ਦਿੰਦਾ ਵੀ ਤੇਰੇ 'ਚ ਕੋਈ ਕਮੀ ਹੈ ਭਾਈ, ਤੂੰ ਟੈਸਟ ਟੂਸਟ ਕਰਾ ਵੀ ਜਾਂ ਕੋਈ ਗੱਲ, ਉਹਨੂੰ ਯਕੀਨ ਬਹੁਤ ਛੇਤੀ ਹੋ ਜਾਂਦਾ ਵੀ ਹਾਂ ਮੈਂ ਇੱਕ ਵਾਰੀ ਆਪਣਾ ਡਾਊਟ ਦੂਰ ਕਰ ਲਾਂ। ਜੇ ਨਹੀਂ ਵੀ ਹੈਗੀ ਅਤੇ ਜੇ ਮੇਰੇ ਮਨ 'ਚ ਵਹਿਮ ਵੀ ਹੈ ਤਾਂ ਆਪਾਂ ਟੈਸਟ ਕਰਾ ਲਈਏ। ਸਾਡੇ ਇੱਥੇ ਬਿਲਕੁਲ ਉਲਟਾ ਕੰਸੈਪਟ ਹੈ। ਪਹਿਲੀ ਗੱਲ ਤਾਂ ਪਾਰਟਨਰ ਜਿਹੜਾ ਤੁਹਾਨੂੰ ਖੁੱਲ੍ਹ ਕੇ ਬਿਆਨ ਕਰਨ ਲੱਗਿਆ ਬਹੁਤ ਡਰਦਾ ਕਿ ਕਿਤੇ ਮੇਰੇ ਗੱਲ ਨਾ ਪੈ ਜੇ, ਜਾਂ ਮੈਨੂੰ ਇਹ ਨਾ ਕਹਿ ਦੇ, ਜਾਂ ਮੈਨੂੰ ਕੋਈ ਮਾੜੀ ਚੰਗੀ ਗੱਲ ਨਾ ਕਹਿ ਦੇ। ਲੋਕ ਤਾਂ ਇਹ ਕਹਿਣਗੇ ਕਿ ਜੀ ਫਿਰ ਜੇ ਅਸੀਂ ਪ੍ਰੋਟੈਕਸ਼ਨ ਯੂਜ਼ ਨਾ ਕਰੀਏ, ਅਸੀਂ ਪਲਾਨ ਨਾ ਕਰੀਏ, ਅਤੇ ਫਿਰ ਅਸੀਂ ਕਰੀਏ ਕੀ? ਉਹਦਾ ਤੁਹਾਡੇ ਕੋਲ ਫਿਰ ਕੀ ਹੱਲ ਹੈਗਾ? ਤੁਸੀਂ ਕੀ ਸਮਝਾਉਣੇ ਜਿਹੜੇ ਤੁਹਾਡੇ ਕੋਲ ਇੱਥੇ ਲੋਕ ਆਉਂਦੇ ਨੇ? ਦੇਖੋ ਜੀ, ਪ੍ਰੋਟੈਕਸ਼ਨ ਜਦੋਂ ਤੱਕ ਨਹੀਂ ਸੀ ਬਣੀ ਉਦੋਂ ਵੀ ਲੋਕ ਪਲੈਨਿੰਗ ਕਰਦੇ ਸੀਗੇ, ਉਦੋਂ ਵੀ ਲੋਕ ਬਚਾਅ ਕਰ ਲੈਂਦੇ ਸੀ ਆਪਣਾ। ਉਹ ਕੀ ਤਰੀਕਾ ਹੈਗਾ? ਨੈਚੁਰਲ ਤਰੀਕਾ ਹੈਗਾ, ਬਿਲਕੁਲ ਸੌਖਾ ਤਰੀਕਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਇੱਕ ਵਾਰ ਮੁੜ ਤੋਂ ਗੋਰਿਆਂ ਦੇ ਵੈਦ ਹਰਸ਼ਵੀਰ ਜੀ ਹੋਣਾ ਕੋਲ ਇੱਕ ਵਾਰ ਮੁੜ ਤੋਂ ਆਏ ਹਾਂ। ਪਿਛਲੀ ਵੀਡੀਓ ਬੜੀ ਮਕਬੂਲ ਹੋਈ ਹੈ, ਲੋਕਾਂ ਦੇ ਬੜੇ ਸਵਾਲ ਜਿਹੜੇ ਵੈਦ ਹਰਸ਼ਵੀਰ ਸਿੰਘ ਹੋਣਾ ਕੋਲ ਆਏ, ਅਤੇ ਅੱਜ ਅਸੀਂ ਉਹਨਾਂ ਦੇ ਜਵਾਬ ਨੇ ਜਿਹੜੇ ਲੈਣ ਇੱਕ ਵਾਰ ਮੁੜ ਤੋਂ ਜਿਹੜਾ ਵੈਦ ਜੀ ਕੋਲ ਆਇਆ, ਜਿਹੜੇ ਕਿ ਗੋਰਿਆਂ ਦੇ ਵੈਦ ਮੰਨੇ ਜਾਂਦੇ ਨੇ। ਗੋਰਿਆਂ ਦਾ ਇਲਾਜ ਕਰਨ ਕਰਕੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਉਹਨਾਂ ਦਾ ਨਾਮ ਬਣ ਰਿਹਾ ਹੈ। ਪਰ ਅਜੋਕੇ ਵੇਲੇ ਇੱਕ ਅਜਿਹੀ ਚੀਜ਼ ਸਾਡੇ ਘਰਾਂ ਦੇ ਵਿੱਚ ਪਈ ਹੈ, ਅਜਿਹੀ ਚੀਜ਼ ਸਾਡੇ ਬੈਡਰੂਮਾਂ ਦੇ ਵਿੱਚ ਪਈ ਹੈ, ਜਿਸ ਨੇ ਸਾਨੂੰ ਅਸੀਂ ਇਹ ਕਹਿ ਲਈਏ ਕਿ ਨਪੁੰਸਕਤਾ ਵੱਲ ਔਰ ਕਮਜ਼ੋਰੀ ਵੱਲ ਧੱਕ ਦਿੱਤਾ ਹੈ। ਪਰ ਸਾਨੂੰ ਪਤਾ ਨਹੀਂ ਲੱਗਦਾ, ਨਾ ਹੀ ਕੋਈ ਵੈਦ ਹਕੀਮ ਉਸ ਵਿਸ਼ੇ ਦੇ ਉੱਤੇ ਗੱਲ ਕਰਦਾ ਹੈ, ਔਰ ਨਾ ਹੀ ਅਸੀਂ ਸ਼ਰਮ ਦੇ ਮਾਰੇ ਕਦੇ ਉਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਕਿਸੇ ਨਾਲ ਕੋਸ਼ਿਸ਼ ਕਰਦੇ ਹਾਂ। ਪਰ ਵੈਦ ਜੀ ਅੱਜ ਉਹਨਾਂ ਗੱਲਾਂ ਦਾ ਖੁਲਾਸਾ ਕਰਨਗੇ ਕਿ ਕਿਸ ਤਰੀਕੇ ਨਾਲ ਜਿਹੜੀ ਪ੍ਰੋਟੈਕਸ਼ਨ ਅਸੀਂ ਮਿਲਣ ਤੋਂ ਪਹਿਲਾਂ, ਗ੍ਰਸਤੀ ਤੋਂ ਪਹਿਲਾਂ ਯੂਜ਼ ਕਰਦੇ ਹਾਂ, ਉਹਦੇ ਕਿੰਨੇ ਕੁ ਨੁਕਸਾਨ ਨੇ। ਅਜਿਹੇ ਦੇ ਵਿੱਚ
ਹਾਲਾਤ ਕਈ ਵਾਰ ਇਹ ਹੋ ਜਾਂਦੇ ਨੇ ਕਿ ਉਹ ਪ੍ਰੋਟੈਕਸ਼ਨ ਯੂਜ਼ ਕਰਨ ਦੇ ਚੱਕਰਾਂ ਦੇ ਵਿੱਚ ਅਸੀਂ ਖੁਦ ਨੂੰ ਕੈਂਸਰ ਕਰਵਾ ਬੈਠਦੇ ਹਾਂ, ਆਪਣੇ ਪਾਰਟਨਰ ਨੂੰ ਚਮੜੀ ਦੀਆਂ ਬਿਮਾਰੀਆਂ ਲਗਵਾ ਸਕਦੇ ਹਾਂ, ਪਰ ਸਾਨੂੰ ਪਤਾ ਨਹੀਂ ਲੱਗਦਾ ਕਿਵੇਂ ਲੱਗਦੀਆਂ ਨੇ, ਕੀ ਲੱਛਣ ਨੇ, ਕੀ ਇਲਾਜ ਹੈ, ਕਿਸ ਤਰੀਕੇ ਨਾਲ ਅਜਿਹੀ ਸਿਚੁਏਸ਼ਨ ਤੋਂ ਬਾਅਦ ਜਿਹੜੀ ਸਰੀਰਕ ਕਮਜ਼ੋਰੀ ਪੈਦਾ ਹੁੰਦੀ ਹੈ ਉਹਦਾ ਹੱਲ ਕੀ ਹੈ। ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਵੈਦ ਹਰਸ਼ਵੀਰ ਜੀ ਹੋਰਾਂ ਨਾਲ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵੈਦ ਹਰਸ਼ਵੀਰ ਸਿੰਘ ਤੇ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰਿਆਂ ਨੂੰ ਹੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਦ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਬਹੁਤ ਸਾਰੇ ਲੋਕ ਤਾਂ ਇਹ ਕਹਿਣਗੇ ਕਿ ਜੀ ਹਰੇਕ ਵਾਰ ਕੋਈ ਨਾ ਕੋਈ ਵਿਸ਼ਾ ਤੁਸੀਂ ਇਸ ਤਰ੍ਹਾਂ ਦਾ ਲਿਆਉਂਦੇ ਹੋ, ਪਰ ਜਿਹੜੀ ਪ੍ਰੋਟੈਕਸ਼ਨ ਅਸੀਂ ਯੂਜ਼ ਕਰਦੇ ਹਾਂ ਉਹ ਪ੍ਰੋਟੈਕਸ਼ਨ ਤੁਸੀਂ ਮੈਨੂੰ ਦੱਸਿਆ ਹੈ ਕਿ ਬਹੁਤ ਬਿਮਾਰੀਆਂ ਦਾ ਘਰ ਹੈ ਤੇ ਹਾਲਾਤ ਇਹ ਹੋ ਜਾਂਦੇ ਨੇ ਕਿ ਬੰਦਾ ਹੈ ਜਿਹੜਾ ਨਪੁੰਸਕਤਾ ਵੱਲ, ਕਮਜ਼ੋਰੀ ਵੱਲ ਚਲਾ ਜਾਂਦਾ ਹੈ। ਇਹ ਕਿਵੇਂ ਪੋਸੀਬਲ ਹੈ ਜੀ? ਦੇਖੋ ਜੀ, ਗੱਲ ਕਰਨ ਵਾਲੇ ਤੇ ਜਿਹੜੇ ਨੈਗੇਟਿਵਿਟੀ ਫੈਲਾਉਣ ਵਾਲੇ ਬੰਦੇ ਉਹਨਾਂ ਨੇ ਤਾਂ ਕੋਈ ਨਾ ਕੋਈ ਨੈਗੇਟਿਵ, ਪਰ ਸਾਨੂੰ ਇਸ ਗੱਲ ਤੋਂ ਡਰੇ ਬਿਨਾ ਜਾਂ ਸੋਚੇ ਸਮਝੇ ਬਿਨਾ ਇਸ ਗੱਲ ਨੂੰ ਇੱਕ ਅਵੇਅਰਨੈਸ, ਜਿਹੜਾ ਆਪਾਂ ਸਾਡਾ ਇੱਕ ਮਕਸਦ ਹੈਗਾ ਇੱਥੇ ਬਹਿ ਕੇ ਗੱਲ ਕਰਨ ਦਾ, ਉਹ ਅਵੇਅਰਨੈਸ ਸਪਰੈਡ ਕਰਨਾ। ਸਾਨੂੰ ਇਸ ਕਨਸੈਪਟ ਨੂੰ ਚਲਾਉਣ ਵੇਲੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਫਿਕਰ, ਕਿਉਂਕਿ ਅਸੀਂ ਇੱਕ ਚੰਗਾ ਕਾਰਜ ਕਰ ਰਹੇ ਹਾਂ, ਸਾਨੂੰ ਆਪ ਨੂੰ ਪਤਾ, ਤੇ ਇਹਦੇ ਵਿੱਚ ਆਪਾਂ ਨੂੰ ਬਿਲਕੁਲ ਨਿਰਭੈ ਹੋ ਕੇ ਕਿਸੇ ਦੀ ਜਿਹੜੀ ਗੱਲ ਦਾ ਪੂਰੀ ਕਹੀ ਦਾ ਜਵਾਬ ਦੇਣਾ ਚਾਹੀਦਾ। ਤੇ ਜਿਹੜੀ ਰਹੀ ਗੱਲ ਪ੍ਰੋਟੈਕਸ਼ਨ ਦੀ, ਆਪਾਂ ਥੋੜ੍ਹੀ ਜਿਹੀ ਗੱਲ ਨੂੰ ਨਾ ਪਿੱਛੇ ਲੈ ਕੇ ਜਾਂਦੇ ਵੀ ਇਹਦੇ ਪਿੱਛੇ ਦਾ ਕਨਸੈਪਟ ਕੀ ਹੈ। ਅੱਜ ਆਪਾਂ ਇਹ ਟੌਪਿਕ ਚੁਣਿਆ, ਤੁਸੀਂ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਤੁਹਾਡੀ ਗੱਲ ਸੁਣ ਕੇ ਖੁਸ਼ੀ ਬਹੁਤ ਹੋਈ, ਕਿਉਂਕਿ ਇਹ ਮੇਰਾ ਫੇਵਰੇਟ ਟੌਪਿਕ ਹੈ ਕਿ ਇਹਦੇ ਬਾਰੇ ਗੱਲ ਬਿਲਕੁਲ ਨਾ ਬਰਾਬਰ ਹੁੰਦੀ ਆ। ਤੇ ਇਹਦੇ ਪਿੱਛੇ ਜਿਹੜੀ ਅੱਜ ਗੱਲ ਹੋ ਰਹੀ ਹੈ, ਇਹਦੇ ਪਿੱਛੇ ਇੱਕ ਬਹੁਤ ਲੰਬੀ ਕਹਾਣੀ ਵੀ ਹੈ, ਉਹ ਵੀ ਤੁਹਾਨੂੰ ਸੁਣਾਵਾਂਗਾ। ਆਪਣੇ ਦਿਲ ਦੀਆਂ ਗੱਲਾਂ ਵੀ ਨੇ ਕੁਛ, ਜਿਹੜੀਆਂ ਮੈਂ ਖੁੱਲ੍ਹ ਕੇ ਬਿਆਨ ਕਰਨ ਦਾ ਮੈਨੂੰ ਮੌਕਾ ਮਿਲਿਆ ਅੱਜ। ਦੇਖੋ ਜੀ, ਬਹੁਤ ਸਾਰੇ ਪੇਸ਼ੈਂਟ ਇੱਦਾਂ ਦੇ ਆਉਂਦੇ ਨੇ ਜਿਨ੍ਹਾਂ ਨੂੰ ਚਮੜੀ ਰੋਗਾਂ ਦੇ ਨੁਕਸ ਹੈਗੇ ਨੇ, ਵੀ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੇ ਸੈਂਸਿਟਿਵ ਪਾਰਟ ਨੇ ਉਹਨਾਂ ਦੇ ਉੱਤੇ ਈਚਿੰਗ ਹੁੰਦੀ ਹੈ, ਉਹਨਾਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ, ਈਵਨ ਕਿ ਜਿਹੜੀ ਸਕਿਨ ਹੈ ਉਹ ਝੜਨੀ ਸ਼ੁਰੂ ਹੋ ਜਾਂਦੀ, ਉੱਥੋਂ ਸਕਿਨ ਦੇ ਕਾਫੀ ਗੰਭੀਰ ਜਿਹੜੇ ਨੇ ਉਹ ਨੁਕਸ ਪੈ ਜਾਂਦੇ ਨੇ। ਤੇ ਇੱਦਾਂ ਦੇ ਜਿਹੜੇ ਆਉਂਦੇ ਨੇ, ਫਿਰ ਉਸ ਚੀਜ਼ ਦੇ ਉੱਤੇ ਮੈਂ ਉਸ ਜਿਹੜਾ ਨੁਕਸ ਪੈਂਦਾ, ਜਿਹੜਾ ਬਿਮਾਰੀ ਹੈ, ਉਹਦੇ ਉੱਤੇ ਫਰਦਰ ਸਟੱਡੀ ਕੀਤੀ ਵੀ ਬਿਮਾਰੀ ਬਾਰ-ਬਾਰ ਇੰਨੇ ਲੋਕਾਂ ਨੂੰ ਕਿਉਂ ਹੋ ਰਹੀ ਹੈ ਅੱਜ ਕੱਲ੍ਹ। ਤੇ ਜਦੋਂ ਮੈਂ ਉਹਨਾਂ ਨੂੰ ਬਾਰ-ਬਾਰ ਪੁੱਛਿਆ ਗਿਆ, ਹਰ ਇੱਕ ਪੇਸ਼ੈਂਟ ਨੂੰ ਇੱਕੋ ਕੁਐਸਚਨ ਪੁੱਛਿਆ ਗਿਆ ਵੀ ਤੁਸੀਂ ਪ੍ਰੋਟੈਕਸ਼ਨ ਯੂਜ਼ ਕਰਦੇ ਹੋ, ਤੁਸੀਂ ਕੰਡੋਮ ਦਾ ਯੂਜ਼ ਕਰਦੇ ਹੋ? ਤੇ ਉਹ ਕਹਿੰਦੇ ਹਾਂਜੀ ਕਰਦੇ ਆ। ਤੇ ਫਿਰ ਮੈਨੂੰ ਪਤਾ ਲੱਗਾ ਵੀ ਉਹ ਜਿਹੜੀ ਲੁਬਰੀਕੇਸ਼ਨ ਹੁੰਦੀ ਉਹਦੇ ਵਿੱਚ ਇੱਕ ਕੈਮੀਕਲ ਜ਼ਰੂਰ ਲੱਗਾ ਹੁੰਦਾ। ਉਹ ਜਿਹੜਾ ਕੈਮੀਕਲ ਹੈ ਉਹ ਸਕਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਰਿਹਾ, ਕਈ ਤਰ੍ਹਾਂ ਦੀਆਂ ਇਨਫੈਕਸ਼ਨ ਪੈਦਾ ਕਰ ਰਿਹਾ, ਈਵਨ ਕਿ ਉਹ ਕੈਂਸਰ ਦਾ ਕਾਰਨ ਵੀ ਬਣਦਾ। ਤੁਸੀਂ ਤਾਂ ਜਿਹੜੇ ਕੰਡੋਮ ਦੀ ਗੱਲ ਕਰਦੇ ਹੋ, ਪਰ ਇੱਥੇ ਤਾਂ ਜਿਹੜੇ ਹਾਲਾਤ ਨੇ ਉਹ ਅਸੀਂ ਕਹਿ ਲਈਏ ਕਿ ਅਲੱਗ-ਅਲੱਗ ਫਲੇਵਰ ਦੇ ਪ੍ਰੋਟੈਕਸ਼ਨ ਜਿਹੜੀ ਹੈ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ, ਮਾਰਕੀਟ ਦੇ ਵਿੱਚ ਮਿਲਦੀ ਹੈ, ਤੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਤਾਂ ਬੜੀ ਗਿਣਤੀ ਦੇ ਵਿੱਚ ਜਿਹੜੇ ਅਸੀਂ ਕਹਿ ਲਈਏ ਕਿ ਸੰਬੰਧ ਬਣਾਉਣ ਤੋਂ ਪਹਿਲਾਂ ਉਹਨੂੰ ਯੂਜ਼ ਕਰਨ ਲੱਗੇ ਹੋਏ ਨੇ ਜੀ। ਫਿਰ ਉਹ ਤੁਹਾਡੀ ਨਜ਼ਰ 'ਚ ਕੀ ਨੇ ਜੀ? ਦੇਖੋ ਜੀ, ਇੱਕ ਮਾਰਕੀਟ ਸਟੰਟ ਹੈ, ਇੱਕ ਆਪਾਂ ਇੱਦਾਂ ਦੀ ਐਡ ਬਣਾਵਾਂਗੇ, ਫਿਰ ਆਪਾਂ ਉਹਨੂੰ ਪਾਵਾਂਗੇ। ਕੋਈ ਵੱਡੀਆਂ ਕੰਪਨੀਆਂ ਇੱਕ ਲਾਲਚ ਦਿੰਦੀਆਂ, ਆਪਾਂ ਇੱਕ ਕਹਿ ਲਈਏ ਵੀ ਇੱਕ ਉਹ ਹਨੀ ਟਰੈਪ ਹੈ, ਉਹਨੂੰ ਆਪਾਂ ਇੱਦਾਂ ਇੱਕ ਵਧੀਆ ਚੀਜ਼ ਪੇਸ਼ ਕਰ ਰਹੇ ਹਾਂ ਵੀ ਪਤਾ ਨਹੀਂ ਕੀ ਹੋ ਜਾਣਾ ਉਹਦੇ ਨਾਲ, ਕੁਛ ਨਹੀਂ ਹੈਗਾ। ਉਹ ਇੱਕ ਸਿਰਫ ਲੋਕਾਂ ਨੂੰ ਲੁਭਾਉਣ ਦੀ ਇੱਕ ਟੈਕਨੀਕ ਹੈ। ਉਹ ਜਿੰਨੇ ਜ਼ਿਆਦਾ ਪਹਿਲਾਂ ਉਹਨਾਂ ਨੂੰ ਫਸਾਣਗੇ ਗੱਲ ਦੇ ਵਿੱਚ, ਫਿਰ ਉਹਨੂੰ ਜਿਹੜੀ ਬਿਮਾਰੀ ਲੱਗੇਗੀ, ਜਿਹੜਾ ਸਕਿਨ ਡਿਸੀਜ਼ ਹੋਏਗਾ, ਫਿਰ ਉਹਦੇ ਪ੍ਰੋਡਕਟ ਬਣਾਏਗੀ ਉਹੀ ਕੰਪਨੀ, ਫਿਰ ਉਹੀ ਕੰਪਨੀ ਉਹਨੂੰ ਵੇਚੇਗੀ। ਸੋ ਇੱਕ ਇੱਦਾਂ ਦਾ ਗੁੰਝਲਦਾਰ ਟਰੈਪ ਹੈਗਾ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਗੱਲ ਸਮਝਾਉਂਦਾ ਵਾਂ, ਮੇਰੇ ਦੇਖਣ ਵਾਲੇ ਵੀਰਾਂ ਨੂੰ ਜ਼ਿਆਦਾ ਕਲੀਅਰ ਗੱਲ ਸਮਝ ਆਏਗੀ। ਅੱਜ ਤੋਂ 20 ਸਾਲ ਪਹਿਲਾਂ ਚੱਲ ਜਾਓ, 50 ਸਾਲ ਪਹਿਲਾਂ ਚੱਲ ਜਾਓ, ਕਿਸੇ ਨੂੰ ਸਕਿਨ ਇਨਫੈਕਸ਼ਨ ਨਾਂ ਦਾ ਕਿਸੇ ਨੂੰ ਪਤਾ ਵੀ ਨਹੀਂ ਸੀ, ਠੀਕ ਹੈ। ਕੋਈ ਇੱਦਾਂ ਦੀ ਈਚਿੰਗ ਦੀ ਪ੍ਰੋਬਲਮ ਨਹੀਂ ਸੀ ਹੁੰਦੀ, ਕਿਸੇ ਨੂੰ ਪ੍ਰਾਈਵੇਟ ਪਾਰਟਸ ਦੇ ਉੱਤੇ ਕੋਈ ਇੱਦਾਂ ਦੀ ਸਕਿਨ ਦੇ ਡਿਸੀਜ਼ ਨਹੀਂ ਸੀ ਹੁੰਦੇ, STD ਦਾ ਨਾਂ ਨਹੀਂ ਸੀ ਕਿਸੇ ਨੂੰ ਸੁਣਿਆ ਹੀ ਨਹੀਂ ਸੀ। ਉਹ ਕਿਉਂ ਸੀਗਾ? ਵੀ ਉਦੋਂ ਤੱਕ ਲੋਕੀ ਪ੍ਰੋਟੈਕਸ਼ਨ ਬਾਰੇ ਪਤਾ ਨਹੀਂ ਸੀ। ਪਹਿਲਾਂ ਇਹਨਾਂ ਨੇ ਕੀ ਕੀਤਾ, ਇੱਕ ਵਹਿਮ ਪਾਇਆ ਦਿਮਾਗ ਦੇ ਵਿੱਚ ਲੋਕਾਂ ਦੇ ਵੀ ਜੇ ਤੁਸੀਂ ਪ੍ਰੋਟੈਕਸ਼ਨ ਯੂਜ਼ ਕਰੋਗੇ, ਜੇ ਤੁਸੀਂ ਕੰਡੋਮ ਯੂਜ਼ ਕਰੋਗੇ, ਤੇ ਉਹਦੇ ਨਾਲ ਤੁਹਾਡਾ ਜਿਹੜਾ ਸੈਕਸ ਦਾ ਟਾਈਮ ਕਰਨ ਦਾ ਉਹ ਜ਼ਿਆਦਾ ਵੱਧ ਜਾਏਗਾ। ਜਿਹੜਾ ਬੰਦਾ 10 ਮਿੰਟ ਕੱਢਦਾ ਉਹ 20 ਮਿੰਟ ਕੱਢੇਗਾ ਜੀ, 25 ਮਿੰਟ ਕੱਢੇਗਾ। ਉਹ ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਪਾਇਆ। ਠੀਕ ਇੱਦਾਂ ਹੀ ਜਦੋਂ ਅੰਗਰੇਜ਼ਾਂ ਨੇ ਜਦੋਂ ਆਏ ਸੀ ਇੰਡੀਆ ਦੇ ਵਿੱਚ ਤਾਜ਼ੇ, ਤੇ ਇਹਨਾਂ ਨੇ ਲੋਕਾਂ ਨੂੰ ਚਾਹ ਮੁਫਤ ਵੰਡੀ ਸੀ, ਸ਼ਾਇਦ ਤੁਹਾਨੂੰ ਯਾਦ ਹੋਏ।
ਠੀਕ ਹੈ, ਇੱਕ ਲਾਲਚ ਦੇ ਵਿੱਚ ਪਾਉਣ ਲਈ, ਕਿ ਇੱਕ ਟਰੈਪ ਦੇ ਵਿੱਚ ਲਾਉਣ ਲਈ ਲੋਕਾਂ ਨੂੰ ਚਾਹ ਮੁਫਤ ਪਿਆਈ ਸੀ ਵੀ ਲੋਕੀ ਇਸ ਚੀਜ਼ ਦੇ ਯੂਜ਼ ਟੂ ਹੋ ਜਾਣ। ਇੱਦਾਂ ਹੀ ਇਹਨਾਂ ਨੇ ਇੱਕ ਹਨੀ ਟਰੈਪ ਪਾਇਆ ਸ਼ੁਰੂ ਦੇ ਵਿੱਚ ਆਪਣਾ ਪ੍ਰੋਡਕਟ ਵੇਚਣ ਲਈ, ਵੀ ਜਿਹੜੇ ਬੰਦੇ ਦਾ ਸਮਾਂ ਘੱਟ ਲੱਗਦਾ ਉਹ ਇਹ ਚੀਜ਼ ਨੂੰ ਯੂਜ਼ ਕਰ ਲਏ, ਉਹਦਾ ਸਮਾਂ ਡਬਲ ਹੋ ਜਾਏਗਾ, ਟ੍ਰਿਪਲ ਹੋ ਜਾਏਗਾ, ਉਹ ਸਕਿਨ ਨਾਲ ਸਕਿਨ ਟੱਚ ਨਹੀਂ ਕਰੇਗੀ, ਉਦੋਂ ਤੱਕ ਤੁਹਾਨੂੰ ਸੈਂਸੇਸ਼ਨ ਨਹੀਂ ਆਏਗੀ। ਇੱਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਇਸ ਹਨੀ ਟਰੈਪ ਦੇ ਵਿੱਚ ਫਸਾਇਆ। ਫਿਰ ਉਹ ਜਿਹੜੀ ਚੀਜ਼ ਹੈ ਲੋਕਾਂ ਨੂੰ ਕਿਤੇ ਨਾ ਕਿਤੇ ਸਮਝ ਆਉਣੀ ਸ਼ੁਰੂ ਹੋ ਗਈ ਥੋੜ੍ਹੀ ਵੀ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਇਰੈਕਸ਼ਨ ਦੀ ਪ੍ਰੋਬਲਮ ਆ ਰਹੀ ਹੈ, ਕਈ ਕੁਛ ਆ ਰਿਹਾ। ਫਿਰ ਉਹ ਲੋਕੀ ਹੌਲੀ ਉਹ ਤੋਂ ਜਦੋਂ ਪਿੱਛੇ ਹਟਣਾ ਸ਼ੁਰੂ ਹੋਏ, ਉਹ ਨਾਲ ਹੀ ਉਹਨਾਂ ਨੇ ਨਵਾਂ ਕਨਸੈਪਟ ਲਿਆਂਦਾ ਫਲੇਵਰ ਕੰਡੋਮ ਦਾ। ਉਹ ਬੰਦਾ ਜੇ ਚਾਹੇ ਵੀ ਮੈਂ ਨਹੀਂ ਯੂਜ਼ ਕਰਨਾ ਜਾਂ ਕੋਈ ਗੱਲ, ਤੇ ਉਹਦਾ ਪਾਰਟਨਰ ਉਹਨੂੰ ਮਜਬੂਰ ਕਰਦਾ, ਉਹ ਫੀਮੇਲ ਸਾਈਡ ਤੋਂ ਉਹਦੀ ਵਾਈਫ ਵੱਲੋਂ ਜਾਂ ਉਹਦੀ ਗਰਲਫ੍ਰੈਂਡ ਵੱਲੋਂ ਪ੍ਰੈਸ਼ਰ ਆ ਜਾਂਦਾ ਵੀ ਮੈਨੇ ਉਸकी ਐਡ ਦੇਖੀ ਥੀ ਆਪ ਲੈ ਕਰ ਆਓ। ਤੇ ਉਹ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਵੀ ਸਿਰਫ ਇੱਕ ਹਨੀ ਟਰੈਪ ਹੈ, ਇੱਕ ਮਿੱਠਾ ਤੁਹਾਨੂੰ ਜਾਲ ਕਰਕੇ ਉਹਨਾਂ ਨੇ ਤੁਹਾਨੂੰ ਫਸਾਣਾ ਵਿੱਚ ਉਹਦੇ, ਤੇ ਤੁਸੀਂ ਫਸਣਾ। ਆਹ ਚੀਜ਼ ਹੈ ਜੀ ਬਸ। ਅੱਛਾ, ਫਿਰ ਜਦੋਂ ਅਸੀਂ ਇਸ ਤਰ੍ਹਾਂ ਦੇ ਕਹਿ ਲਈਏ ਕਿ ਜਦੋਂ ਅਸੀਂ ਫਲੇਵਰਡ ਜਿਹੜੀ ਪ੍ਰੋਟੈਕਸ਼ਨ ਯੂਜ਼ ਕਰਦੇ ਹਾਂ, ਇਹਦੇ ਨੁਕਸਾਨ ਕਿੰਨੇ ਤੁਸੀਂ ਮੰਨਦੇ ਹੋ? ਨੁਕਸਾਨ ਹੈ ਜਾਂ ਨਹੀਂ ਹੈ ਜਿਨ੍ਹਾਂ ਦੇ ਕਮਰਿਆਂ ਦੇ ਵਿੱਚ ਇਹ ਚੀਜ਼ ਪਈ ਹੈ? ਦੇਖੋ ਫਰੂਕੀ ਸਾਹਿਬ, ਮੈਂ ਤੁਹਾਨੂੰ ਟੂ ਬੀ ਫਰੈਂਕ ਗੱਲ ਕਰਾਂ, ਇੱਕ ਸਿੱਧੀ ਜਿੱਦਾਂ ਪੰਜਾਬੀ 'ਚ ਕਹਿੰਦੇ ਸਿੱਧੀ ਗੱਲ ਕਰਾਂ, ਮੈਨੂੰ ਇਹਦਾ ਫਾਇਦਾ ਕੋਈ ਨਹੀਂ ਲੱਭਾ। ਜੇ ਤੁਹਾਨੂੰ ਲੱਭਿਆ ਤਾਂ ਮੈਨੂੰ ਜ਼ਰੂਰ ਦੱਸਿਓ। ਫਾਇਦਾ ਕੋਈ ਨਹੀਂ ਹੈਗਾ, ਇਹਦੇ ਸਾਰੇ ਨੁਕਸਾਨ ਹੀ ਨੇ। ਸਿਰਫ ਇੱਕ ਤੁਸੀਂ ਪੰਜਾਬੀ 'ਚ ਕਹੀਏ ਵੀ ਟਾਈਮ ਸਿਰ ਬ੍ਰੇਕ ਨਾ ਮਾਰੋ, ਤੇ ਉਹਦੇ ਪਿੱਛੇ ਤੁਸੀਂ ਗੱਡੀ ਦਾ ਸਾਰਾ ਸਤਿਆਨਾਸ਼ ਕਰ ਲਓ। ਤੇ ਇਹਦੇ 'ਚ ਕੀ ਅਕਲਮੰਦੀ ਕੀ ਹੋਈ ਵੀ ਤੁਸੀਂ ਆਪਣੇ ਸਰੀਰ ਨੂੰ ਸੰਭਾਲਣ ਦੀ ਬਜਾਏ ਪੈਸੇ ਖਰਚ ਕੇ ਉਹਨੂੰ ਵਿਗਾੜ ਲਓ ਚੰਗੀ ਤਰ੍ਹਾਂ। ਫਿਰ ਕਿਸੇ ਡਾਕਟਰ ਦਾ ਬੂਹਾ ਖੜਕਾਓ, ਜਾ ਕੇ ਕਿਸੇ ਵੈਦ ਦਾ ਬੂਹਾ ਖੜਕਾਓ, ਫਿਰ ਆਪਣੇ ਟੈਸਟ ਕਰਾਓ। ਉਹ ਦੱਸੋ ਸੌਖਾ ਕੰਮ ਕਿਹੜਾ? ਇਹਨਾਂ ਬੈਟਰ ਇਹ ਨਹੀਂ ਹੈਗਾ ਵੀ ਆਪਾਂ ਪ੍ਰੋਟੈਕਸ਼ਨ ਦੀ ਬਜਾਏ ਆਪਣੀ ਬ੍ਰੇਕ ਟਾਈਮ ਸਿਰ ਮਾਰ ਲਈਏ। ਤੇ ਇਹ ਤਾਂ ਜ਼ਰੂਰੀ ਹੈ ਜੀ। ਜਦੋਂ ਜਿਹੜੀ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਹੇ, ਪਰ ਸਵਾਲ ਮੇਰੇ ਜ਼ਿਹਨ ਦੇ ਵਿੱਚ ਲਗਾਤਾਰ ਜਿਹੜੇ ਉਛਾਲੇ ਮਾਰ ਰਿਹਾ ਹੈ, ਉਹਦੇ ਵਿੱਚ ਇਹ ਹੈ ਕਿ ਜਦੋਂ ਅਸੀਂ ਇੱਦਾਂ ਦੇ ਕਹਿ ਲਈਏ ਕਿ ਫਲੇਵਰਡ ਯੂਜ਼ ਕਰਦੇ ਹਾਂ, ਪ੍ਰੋਟੈਕਸ਼ਨ ਯੂਜ਼ ਕਰਦੇ ਹਾਂ, ਇਹਦਾ ਨੁਕਸਾਨ ਕਿਹਨਾਂ ਨੂੰ ਜ਼ਿਆਦਾ ਹੁੰਦਾ? ਮੁੰਡੇ ਨੂੰ ਜ਼ਿਆਦਾ ਹੁੰਦਾ, ਕੁੜੀ ਨੂੰ ਜ਼ਿਆਦਾ ਹੁੰਦਾ? ਮਤਲਬ ਪਾਰਟਨਰ ਦੇ ਵਿੱਚੋਂ ਕਿਹਨੂੰ ਜ਼ਿਆਦਾ ਨੁਕਸਾਨ ਹੈ? ਦੇਖੋ ਜੀ, ਇਹਦਾ 30% ਨੁਕਸਾਨ, ਜਿੱਦਾਂ ਇਰੈਕਸ਼ਨ ਲੋਸ ਦਾ ਸਿੰਪਟਮਸ ਆ ਜਾਂਦੇ ਨੇ, ਨਸਾਂ ਜਿਹੜੀਆਂ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ, ਸਕਿਨ ਦੇ ਉੱਤੇ ਇਨਫੈਕਸ਼ਨ ਹੋਣਾ, ਆਪਣੇ ਪੈਨਿਸ ਦੇ ਉੱਤੇ ਦਾਣੇ ਹੋਣਾ, ਇਹ ਨਾਰਮਲ ਜੀਆਂ ਗੱਲਾਂ ਨੇ, ਇਹ ਮੇਲ ਸਾਈਡ ਦੀਆਂ ਗੱਲਾਂ ਦੱਸ ਰਿਹਾ। ਅਤੇ ਸਭ ਤੋਂ ਜ਼ਿਆਦਾ ਇਹਦਾ ਨੁਕਸਾਨ 70% ਜਿਹੜਾ ਨੁਕਸਾਨ ਹੈ ਨਾ, ਉਹ ਫੀਮੇਲ ਸਾਈਡ ਨੂੰ ਹੈ। ਉਹਦਾ ਤੇ ਮਤਲਬ 100% ਉਹਨੂੰ ਜਿਹੜਾ ਵਜਾਈਨਾ ਦੇ ਅੰਦਰ ਇੱਕ ਲੁਬਰੀਕੈਂਟ ਬਣਦਾ, ਨੈਚੁਰਲ ਲੁਬਰੀਕੈਂਟ, ਉਹ ਖਤਮ ਹੋ ਜਾਏਗਾ। ਈਚਿੰਗ ਦੀ ਪ੍ਰੋਬਲਮ ਤੋਂ ਗੱਲ ਸਟਾਰਟ ਹੋਏਗੀ, ਉਸ ਤੋਂ ਬਾਅਦ ਵੱਧਦੀ ਇੱਕ ਸੈਂਸੇਸ਼ਨ ਆ ਜਾਣੀ ਹੈ, ਉਸ ਤੋਂ ਬਾਅਦ ਇੱਕ ਬਰਨਿੰਗ ਸੈਂਸੇਸ਼ਨ ਸ਼ੁਰੂ ਹੋ ਜਾਣੀ ਹੈ, ਅਤੇ ਹਰ ਵੇਲੇ ਉਹ ਇੱਕ ਡਿਸਕੰਫਰਟ ਨੂੰ ਫੀਲ ਕਰਨਗੇ। ਉਹਦੇ ਤੋਂ ਬਾਅਦ ਗਾਂਹ ਦੀ ਗਾਂਹ ਗੱਲ ਵੱਧਦੀ ਜਾਣੀ ਹੈ। ਅੱਛਾ, ਕਿੱਥੇ ਤੱਕ ਜਾਂਦੀ ਹੈ ਇਹ ਗੱਲ? ਇਹ ਫਰੂਕੀ ਸਾਹਿਬ ਐਂਡ ਜਿਹੜਾ ਇਹਦਾ ਕੈਂਸਰ ਤੱਕ ਹੁੰਦਾ ਜੀ। ਮਤਲਬ ਜੇਕਰ ਅਸੀਂ ਕਹਿ ਲਈਏ ਕਿ ਤਰੀਕੇ ਨਾਲ ਜਿਹੜੀ ਪ੍ਰੋਟੈਕਸ਼ਨ ਯੂਜ਼ ਨਾ ਕਰੀਏ ਜਾਂ ਫਿਰ ਸਾਨੂੰ ਢੰਗ ਨਾ ਪਤਾ ਹੋਣ, ਤਾਂ ਇਹ ਜਿਹੜੇ ਰਾਹ ਨੇ ਫਿਰ ਕੈਂਸਰ ਤੱਕ ਚਲੇ ਜਾਂਦੇ ਨੇ। ਪਰ ਡਾਕਟਰ ਸਾਹਿਬ, ਇਹਦੇ ਵਿੱਚ ਨਾ ਇੱਕ ਹੋਰ ਗੱਲ ਸੌਰੀ ਮੈਂ ਐਡ ਕਰਨੀ ਭੁੱਲ ਗਿਆ ਸੀਗਾ। ਦੇਖੋ, ਇੱਕ ਚੀਜ਼ ਆਪਾਂ ਨੂੰ ਇੱਕ ਸੱਟ ਲੱਗ ਗਈ, ਠੀਕ ਹੈ, ਮੰਨ ਲਓ ਆ ਮੇਰੀ ਬਾਂਹ ਦੇ ਉੱਤੇ ਇੱਕ ਝਰੀਟ ਲੱਗ ਗਈ ਹੈ। ਇਹ ਝਰੀਟ ਨੂੰ ਰਿਪੇਅਰ ਆਪਾਂ ਕਰਾਂਗੇ, ਨੈਚੁਰਲ ਤਰੀਕੇ ਨਾਲ ਹੀਲ ਵੀ ਹੋ ਜਾਏਗੀ। ਜਦੋਂ ਮੰਨ ਲਓ ਵੀ ਅੱਜ ਸੱਟ ਲੱਗੀ ਹੈ, ਕੱਲ੍ਹ ਫਿਰ ਇੱਥੇ ਉਸੇ ਜਗ੍ਹਾ 'ਤੇ ਝਰੀਟ ਲੱਗ ਰਹੀ ਹੈ, ਪਰਸੋਂ ਫਿਰ ਲੱਗ ਰਹੀ ਹੈ, ਚੌਥ ਫਿਰ ਲੱਗ ਰਹੀ ਹੈ, ਕਿਉਂਕਿ ਉਹਨੂੰ ਹੀਲ ਹੋਣ ਦਾ ਟਾਈਮ ਨਹੀਂ ਲੱਗ ਰਿਹਾ। ਆਪਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਇਹ ਗੱਲ ਕਿਉਂ ਵਧੀ ਜਾ ਰਹੀ ਹੈ। ਆਪਾਂ ਉਹਨੂੰ ਫਿਰ ਬਾਰ-ਬਾਰ ਉਸੇ ਚੀਜ਼ ਨੂੰ ਯੂਜ਼ ਕਰੀ ਜਾ ਰਹੇ ਹਾਂ। ਉਹ ਸੱਟ ਲੱਗਦੇ ਉਹਦਾ ਕੀ ਬਣ ਜਾਏਗਾ? ਤੁਸੀਂ ਆਪ ਸੋਚੋ ਵੀ ਇੱਕ ਜਗ੍ਹਾ ਨੂੰ ਆਪਾਂ ਬਾਰ-ਬਾਰ ਉਸੇ ਜਗ੍ਹਾ ਤੋਂ ਛਿੱਲੀ ਜਾ ਰਹੇ ਹਾਂ, ਉਹਨੂੰ ਠੀਕ ਹੋਣ ਦਾ ਟਾਈਮ ਨਹੀਂ ਮਿਲਦਾ ਪਿਆ, ਉਹਨੂੰ ਅੱਗੋਂ ਹੋਰ ਛਿੱਲ ਦਿੰਦੇ ਹਾਂ। ਇਸ ਲਈ ਉਹ ਜਿਹੜਾ ਰੋਗ ਹੈ ਉਹ ਗਾਂਹ ਦੀ ਗਾਂਹ ਵਧੇਗਾ ਹੀ ਨਾ, ਪਲੱਸ ਹੀ ਹੋਏਗਾ ਨਾ ਜੀ। ਅੱਛਾ, ਫਿਰ ਕਿਉਂਕਿ ਇਹਦੇ ਜਿਹੜੇ ਫਲੇਵਰਡ ਚੱਲੀਆਂ ਹੋਈਆਂ ਨੇ ਪ੍ਰੋਟੈਕਸ਼ਨ, ਇਹਦੇ ਵਿੱਚ ਜਿਹੜਾ ਉਹ ਅਸੀਂ ਕਹਿ ਲਈਏ ਵੀ ਸ਼ੂਗਰ ਵੀ ਹੁੰਦਾ, ਮਿੱਠਾ ਵੀ ਬਹੁਤ ਮਾਤਰਾ ਦੇ ਵਿੱਚ ਹੁੰਦਾ, ਅਤੇ ਜਦੋਂ ਇਸ ਤਰੀਕੇ ਨਾਲ ਸੰਬੰਧ ਬਣਦੇ ਨੇ ਅਤੇ ਸ਼ੂਗਰ ਦਾ ਕਿੰਨਾ ਕੁ ਖਤਰਾ ਰਹਿੰਦਾ ਜੀ? ਦੇਖੋ, ਇਹ ਚੀਜ਼ਾਂ ਹੁੰਦੀਆਂ, ਇਹ ਬਣਿਆ ਸੀਗਾ ਕਨਸੈਪਟ ਬਣਿਆ ਬੇਸਿਕਲੀ ਔਰਲ ਸੈਕਸ ਲਈ, ਅਤੇ ਔਰਲ ਸੈਕਸ ਲਈ ਯੂਜ਼ ਬਹੁਤ ਜ਼ਿਆਦਾ ਘੱਟ ਹੁੰਦਾ। ਇਹਦੇ ਵਿੱਚ ਜਿਹੜਾ ਆਰਟੀਫਿਸ਼ੀਅਲ ਫਲੇਵਰ ਉਹਨਾਂ ਨੇ ਪਾਇਆ, ਇਹ ਵੈਸੇ ਵੀ ਇਨਸਾਨ ਦੇ ਸਰੀਰ ਲਈ ਇਹਦੇ ਵਿੱਚ ਕੈਮੀਕਲ ਮਿਕਸ ਹੈਗਾ, ਇਨਸਾਨ ਦੇ ਸਰੀਰ ਲਈ ਬਹੁਤ ਜ਼ਿਆਦਾ ਭਿਆਨਕ ਡੇਂਜਰਸ ਹੈ ਉਹ। ਉਹਦੇ ਨਾਲ ਕਈ ਸਾਰੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਹੈਗਾ। ਪਲੱਸ ਜਿਹੜੀ ਸਭ ਤੋਂ ਮੇਨ ਚੀਜ਼ ਹੈ, ਜਿਹੜਾ ਇਹਦਾ ਕੰਮ ਹੈ ਪ੍ਰੋਟੈਕਸ਼ਨ ਦਾ, ਇਹ ਤੁਸੀਂ ਚਾਹੇ ਗੂਗਲ ਕਰਕੇ ਚੈੱਕ ਕਰ ਲਿਓ, ਪ੍ਰੋਟੈਕਸ਼ਨ ਲਈ ਵੀ ਇਹ ਚੀਜ਼ ਫੇਲ ਹੈ।
ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਨੂੰ ਬਿਲਕੁਲ ਗਲਤ ਮੰਨਿਆ ਗਿਆ ਤੇ ਆਮ ਜਿਹੜਾ ਨਾਰਮਲ ਕੰਡਮ ਹੈ ਤੇ ਜਿਹੜਾ ਫਲੇਵਰਡ ਕੰਡਮ ਹੈ ਇਹਦਾ ਫਟਣ ਦਾ ਚਾਂਸ ਉਹਦੇ ਨਾਲੋਂ ਜ਼ਿਆਦਾ 100 ਗੁਣਾ ਜ਼ਿਆਦਾ। ਜੇ ਉਹਦਾ ਪ੍ਰੋਟੈਕਸ਼ਨ ਦਾ 10 ਗੁਣਾ 10% ਇੱਕ ਚਾਂਸ ਹੈ ਤੇ ਇਹਦਾ 20% ਹੈ, ਮਤਲਬ 50% ਚਾਂਸਿਸ ਹੈਗੇ ਨੇ ਵੀ ਇਹ ਪ੍ਰੋਟੈਕਸ਼ਨ ਲਈ ਵੀ ਨਹੀਂ ਬਚਾ ਸਕਦਾ। ਸਿਰਫ ਇੱਕ ਛਲਾਵਾ ਹੈ, ਇੱਕ ਮਾਰਕੀਟਿੰਗ ਟਰਮ ਹੈਗੀ ਹੈ, ਮਾਰਕੀਟਿੰਗ ਇੱਕ ਸਟੰਟ ਹੈਗਾ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ। ਤੇ ਫਿਰ ਇੱਕ ਹੋਰ ਬੜਾ ਇੱਥੇ ਅਹਿਮ ਸਵਾਲ ਇਹ ਪੈਦਾ ਹੁੰਦਾ ਹੈ ਡਾਕਟਰ ਸਾਹਿਬ ਕਿ ਜਦੋਂ ਇਸ ਤਰੀਕੇ ਨਾਲ ਅਸੀਂ ਲਗਾਤਾਰ ਪ੍ਰੋਟੈਕਸ਼ਨ ਯੂਜ਼ ਕਰਦੇ ਹਾਂ, ਕਈਆਂ ਨੂੰ 5-5 ਸਾਲ ਹੋ ਗਏ, ਕਈਆਂ ਨੂੰ 10-10 ਸਾਲ ਹੋ ਗਏ, ਈਵਨ ਕਿ ਕਈਆਂ ਨੂੰ 20-20 ਸਾਲ ਹੋ ਗਏ, ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਨਪੁੰਸਕਤਾ ਵੱਲ ਜਾਂ ਅਸੀਂ ਕਹਿ ਲਈਏ ਕਿ ਕਮਜ਼ੋਰੀ ਵੱਲ ਨੂੰ ਹੋ ਤੁਰਦੇ ਨੇ। ਅਜਿਹੀ ਜਦੋਂ ਸਮੱਸਿਆ, ਅਜਿਹੀ ਜਦੋਂ ਦਿੱਕਤ ਆਉਂਦੀ ਹੈ, ਫਿਰ ਉਹਦਾ ਕੋਈ ਹੱਲ ਹੈ ਤੁਹਾਡੇ ਕੋਲ? ਬਿਲਕੁਲ ਜੀ, ਹੱਲ ਹੈ। ਦੇਖੋ ਜੀ, ਜਦੋਂ ਵੀ ਆਪਾਂ ਇਹਦੇ ਵਿੱਚ ਇੱਕੋ ਹੀ ਕੰਸੈਪਟ ਹੈਗਾ, ਜਦੋਂ ਵੀ ਆਪਾਂ ਕੁਦਰਤ ਦੀ ਬਣਾਈ ਹੋਏ ਨਿਯਮ ਨੂੰ ਉੱਪਰ ਥੱਲੇ ਕਰਾਂਗੇ, ਆਪਣੇ ਆਪ ਨੂੰ ਰੱਬ ਹੋਣ ਦਾ ਕਰਾਂਗੇ ਵੀ ਨਹੀਂ ਜੀ ਅਸੀਂ ਰੱਬ ਤੋਂ ਤਾਂ ਹੋ ਗਏ, ਆਪਾਂ ਡਿਸਾਈਡ ਕਰਾਂਗੇ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ, ਜਾਂ ਕੁਛ ਵੀ ਇਹ ਕੁਦਰਤ ਦੇ ਬਣਾਏ ਨਿਯਮਾਂ ਨੂੰ ਉੱਪਰ ਥੱਲੇ ਕਰਾਂਗੇ, ਉਹ ਜਿਹੜੀ ਚੀਜ਼ ਹੈ ਉਹ ਆਪਾਂ ਨੂੰ ਕਿਤੇ ਨਾ ਕਿਤੇ ਉਹਦਾ ਖਮਿਆਜਾ ਜਿਹੜਾ ਉਹ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਉਹ ਭੁਗਤਣਾ ਹੀ ਪੈਣਾ। ਅਲਟੀਮੇਟਲੀ ਜਦੋਂ ਆਪਾਂ ਜ਼ਿਆਦਾ ਪ੍ਰੋਟੈਕਸ਼ਨ ਯੂਜ਼ ਕਰਾਂਗੇ, ਉਸ ਚੀਜ਼ ਦਾ ਜਿਹੜੀਆਂ ਆਪਣਾ ਨਰਵਸ ਹੁੰਦੀਆਂ ਪੈਨਿਸ ਦੀਆਂ, ਉਹਨਾਂ ਨੂੰ ਉਹ ਚੀਜ਼ ਢਿੱਲਾ ਕਰੇਗੀ, ਉਹਨਾਂ ਦੇ ਵਿੱਚ ਰਿਐਕਸ਼ਨ ਦਾ ਵੀ ਪ੍ਰੋਬਲਮ ਆਏਗੀ, ਉਹਨਾਂ ਦੇ ਵਿੱਚ ਬਲੱਡ ਦੀ ਫਲੋ ਦੀ ਵੀ ਕਮੀ ਆਏਗੀ। ਸਭ ਕੁਛ ਇਨ ਟੋਟਲ ਜੇ ਆਪਾਂ ਵੇਖੀਏ ਤੇ ਸਾਰੇ ਕੰਸੈਪਟ ਦਾ ਜਿਹੜਾ ਹੈਗਾ ਮਤਲਬ ਉਹ ਇੱਕ ਕੰਪਨੀ ਹੈ ਜਿਹੜੀ ਇਹ ਪ੍ਰੋਟੈਕਸ਼ਨ ਬਣਾ ਰਹੀ ਹੈ, ਸਿਰਫ ਉਹਨੂੰ ਹੀ ਉਸ ਚੀਜ਼ ਦਾ ਫਾਇਦਾ ਹੋ ਰਿਹਾ, ਜਿਹੜਾ ਯੂਜ਼ ਕਰਨ ਵਾਲਾ ਉਹਨੂੰ ਨੁਕਸਾਨ ਹੀ ਹੈ। ਅੱਛਾ, ਫਿਰ ਇਹ ਵੀ ਦੱਸੋ ਕਿ ਜਦੋਂ ਅਸੀਂ ਯੂਜ਼ ਇੰਨਾ ਕਰਦੇ ਹਾਂ, ਇੰਨੀ ਯੂਜ਼ਿੰਗ ਇਹਦੀ ਵਧਾ ਦਿੰਦੇ ਹਾਂ, ਤੇ ਸਾਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਸਾਡਾ ਸਿਸਟਮ ਹੈਗਾ ਉਹ ਹੁਣ ਹਿੱਲ ਰਿਹਾ ਹੈ, ਅਸੀਂ ਬਿਮਾਰੀ ਵੱਲ ਨੂੰ ਵੱਧ ਰਹੇ ਹਾਂ, ਸਾਡਾ ਪਾਰਟਨਰ ਬਿਮਾਰੀ ਵੱਲ ਨੂੰ ਵੱਧ ਰਿਹਾ ਹੈ, ਪਤਾ ਕਿਵੇਂ ਲੱਗੇ ਜੀ? ਦੇਖੋ ਫਰੂਕੀ ਸਾਹਿਬ, ਆਪਣੇ ਬਹੁਤ ਵੱਡੀ ਇੱਕ ਕਮੀ ਹੈਗੀ ਹੈ ਆਪਣੇ ਲੋਕਾਂ ਦੇ ਵਿੱਚ ਵੀ ਜਦੋਂ ਕੋਈ ਪ੍ਰੋਬਲਮ ਹੋ ਜਾਂਦੀ ਨਾ ਆਪਾਂ ਆਪਣੇ ਆਪ ਨੂੰ ਮਨਾਉਣ ਨੂੰ ਟਾਈਮ ਬਹੁਤ ਲਾ ਦਿੰਦੇ ਹਾਂ। ਗੋਰਿਆਂ ਵਿੱਚ ਇਹ ਚੀਜ਼ ਨਹੀਂ ਹੈਗੀ। ਗੋਰਿਆਂ ਦੇ ਵਿੱਚ ਜਦੋਂ ਉਹਨੂੰ 1 ਜਾਂ 2 ਵਾਰੀ ਲੱਗੇ ਤੇ ਉਹਦਾ ਪਾਰਟਨਰ ਹੀ ਉਹਨੂੰ ਕਹਿ ਦਿੰਦਾ ਵੀ ਤੇਰੇ 'ਚ ਕੋਈ ਕਮੀ ਹੈ ਭਾਈ, ਤੂੰ ਟੈਸਟ ਟੂਸਟ ਕਰਾ ਵੀ ਜਾਂ ਕੋਈ ਗੱਲ, ਉਹਨੂੰ ਯਕੀਨ ਬਹੁਤ ਛੇਤੀ ਹੋ ਜਾਂਦਾ ਵੀ ਹਾਂ ਮੈਂ ਇੱਕ ਵਾਰੀ ਆਪਣਾ ਡਾਊਟ ਦੂਰ ਕਰ ਲਾਂ, ਜੇ ਨਹੀਂ ਵੀ ਹੈਗੀ ਤੇ ਜੇ ਮੇਰੇ ਮਨ 'ਚ ਵਹਿਮ ਵੀ ਹੈ ਤੇ ਆਪਾਂ ਟੈਸਟ ਕਰਾ ਲਈਏ। ਸਾਡੇ ਇੱਥੇ ਬਿਲਕੁਲ ਉਲਟਾ ਕੰਸੈਪਟ ਹੈ। ਪਹਿਲੀ ਗੱਲ ਤੇ ਪਾਰਟਨਰ ਜਿਹੜਾ ਤੁਹਾਨੂੰ ਖੁੱਲ੍ਹ ਕੇ ਬਿਆਨ ਕਰਨ ਲੱਗਿਆ ਬਹੁਤ ਡਰਦਾ ਕਿ ਕਿਤੇ ਮੇਰੇ ਗੱਲ ਨਾ ਪੈ ਜੇ, ਜਾਂ ਮੈਨੂੰ ਇਹ ਨਾ ਕਹਿ ਦੇ, ਜਾਂ ਮੈਨੂੰ ਕੋਈ ਮਾੜੀ ਚੰਗੀ ਗੱਲ ਨਾ ਕਹਿ ਦੇ। ਅਤੇ ਸੋ ਆਪਣੇ ਬੰਦੇ ਜਿੱਦਾਂ ਹੁਣ ਮੈਨੂੰ ਵੀ ਫੋਨ ਆਉਂਦੇ ਨੇ ਕਈਆਂ ਦੇ, ਮੈਂ ਉਹਨਾਂ ਨੂੰ ਇਹ ਗੱਲ ਸਮਝਾਉਂਦਾ ਵਾਂ ਵੀ ਤੁਹਾਨੂੰ ਇਹ ਪ੍ਰੋਬਲਮ ਹੋ ਚੁੱਕੀ ਹੈ। ਉਹ ਕਹਿੰਦੇ ਨਹੀਂ ਨਹੀਂ, ਉੱਦਾਂ ਤਾਂ ਮੈਂ ਬਿਲਕੁਲ ਘੋੜੇ ਵਰਗਾ ਵਾਂ, ਉੱਦਾਂ ਤਾਂ ਮੈਨੂੰ ਪ੍ਰੋਬਲਮ ਹੀ ਕੋਈ ਨਹੀਂ, ਇੰਨੇ ਸਾਲ ਹੋ ਗਏ ਨੇ ਮੈਨੂੰ। ਮੈਂ ਫਿਰ ਪੁੱਛਦਾ ਵਾਂ ਵੀ ਭਾਈ ਸਾਹਿਬ ਤੁਸੀਂ ਮੈਨੂੰ ਫੋਨ ਕਿਉਂ ਕਰ ਰਹੇ ਹੋ ਜੇ ਤੁਸੀਂ ਘੋੜੇ ਵਰਗੇ ਉਹਦੇ, ਤੁਸੀਂ ਮੈਨੂੰ ਇਹ ਦੱਸਣ ਲਈ ਫੋਨ ਕਰ ਰਹੇ ਹੋ ਵੀ ਮੈਂ ਘੋੜੇ ਵਰਗਾ ਵਾਂ। ਫਿਰ ਮੈਂ ਉਹਨਾਂ ਨੂੰ ਇੱਕੋ ਹੀ ਤਰੀਕਾ ਹੈਗਾ ਮੇਰੇ ਕੋਲ ਕਿਸੇ ਪੇਸ਼ੈਂਟ ਨੂੰ ਇਹ ਗੱਲ ਕਨਵਿੰਸ ਕਰਨ ਦਾ ਵੀ ਤੈਨੂੰ ਪ੍ਰੋਬਲਮ ਹੋ ਚੁੱਕੀ ਹੈ, ਉਹਨੂੰ ਕਹੀਦਾ ਵੀ ਭਾਈ ਤੂੰ ਜਾ ਕੇ ਟੈਸਟ ਕਰਾ ਲਾ ਆਪਣੇ। ਸਾਨੂੰ ਟੈਸਟ ਬਿਮਾਰੀ ਲੱਭਣ ਲਈ ਘੱਟ ਅਤੇ ਲੋਕਾਂ ਨੂੰ ਇਹ ਗੱਲ ਯਕੀਨ ਕਰਾਉਣ ਲਈ ਜ਼ਿਆਦਾ ਆਉਂਦੇ ਵੀ ਤੁਹਾਨੂੰ ਪ੍ਰੋਬਲਮ ਹੋ ਚੁੱਕੀ ਹੈ। ਸੋ ਜਿਹੜੀ ਚੀਜ਼ ਮੇਨ ਜਿਹੜੀ ਚੀਜ਼ ਹੈ ਜਿਹਦੇ ਕਰਕੇ ਆਪਾਂ ਅੱਜ ਗੱਲ ਕਰ ਰਹੇ ਹਾਂ ਵੀ ਪ੍ਰੋਟੈਕਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ, ਵੀ ਪ੍ਰੋਟੈਕਸ਼ਨ ਯੂਜ਼ ਕਰਨ ਵਾਲੇ ਬੰਦੇ ਨੂੰ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਪਹਿਲੇ 2-3 ਮਹੀਨਿਆਂ ਤੋਂ ਵੀ ਤੁਹਾਨੂੰ ਪ੍ਰੋਬਲਮ ਆਉਣੀ ਸਟਾਰਟ ਹੋ ਗਈ ਹੈ, ਪਰ ਕੋਈ ਮੰਨਣ ਲਈ ਤਿਆਰ ਹੋਏ ਤਾਂ ਹੀ ਨਾ। ਅੱਛਾ, ਫਿਰ ਲੋਕ ਤਾਂ ਇਹ ਕਹਿਣਗੇ ਕਿ ਜੀ ਫਿਰ ਜੇ ਅਸੀਂ ਪ੍ਰੋਟੈਕਸ਼ਨ ਯੂਜ਼ ਨਾ ਕਰੀਏ, ਅਸੀਂ ਪਲਾਨ ਨਾ ਕਰੀਏ, ਤੇ ਫਿਰ ਅਸੀਂ ਕਰੀਏ ਕੀ? ਉਹਦਾ ਤੁਹਾਡੇ ਕੋਲ ਫਿਰ ਕੀ ਹੱਲ ਹੈਗਾ? ਤੁਸੀਂ ਕੀ ਸਮਝਾਉਣੇ ਜਿਹੜੇ ਤੁਹਾਡੇ ਕੋਲ ਇੱਥੇ ਲੋਕ ਆਉਂਦੇ ਨੇ? ਦੇਖੋ ਜੀ, ਪ੍ਰੋਟੈਕਸ਼ਨ ਜਦੋਂ ਤੱਕ ਨਹੀਂ ਸੀ ਬਣੀ ਉਦੋਂ ਵੀ ਲੋਕੀ ਪਲੈਨਿੰਗ ਕਰਦੇ ਸੀਗੇ, ਉਦੋਂ ਵੀ ਲੋਕੀ ਬਚਾਅ ਕਰ ਲੈਂਦੇ ਸੀ ਆਪਣਾ। ਉਹ ਕੀ ਤਰੀਕਾ ਹੈਗਾ, ਨੈਚੁਰਲ ਤਰੀਕਾ ਹੈਗਾ, ਬਿਲਕੁਲ ਸੌਖਾ ਤਰੀਕਾ ਵੀ ਜਦੋਂ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਫਾਰਗ ਹੋਣ ਵਾਲੇ ਹੋ, ਉਦੋਂ ਤੁਸੀਂ ਉਸ ਚੀਜ਼ ਨੂੰ ਸਟੋਪ ਕਰਕੇ ਜੋ ਵੀ ਕਰਨਾ ਆਪਾਂ ਬਾਹਰ ਕਰ ਲਈਏ। ਅਤੇ ਇਹ ਬੜੀ ਸੌਖੀ ਜੀ ਅਤੇ ਬੜੀ ਵਧੀਆ ਨੈਚੁਰਲ ਗੱਲ ਹੈਗੀ ਹੈ ਵੀ ਇਹਦੇ 'ਚ। ਇਹਦੇ ਵਾਸਤੇ ਸਬਰ ਬੜਾ ਚਾਹੀਦਾ। ਦੇਖੋ ਜੀ, ਅੱਜ ਕੱਲ੍ਹ ਦੇ ਜਿਹੜੇ ਯੂਥ ਹੈ ਜਾਂ ਜਿਹੜਾ ਅੱਜ ਕੱਲ੍ਹ ਦਾ ਹੈਗਾ ਸਿਸਟਮ, ਉਹਨਾਂ ਅੰਦਰੋਂ ਇੰਨੇ ਕੁ ਜ਼ਿਆਦਾ ਵੀਕ ਹੋਏ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਪੋਰਨ ਐਡਿਕਸ਼ਨ ਇਹਦਾ ਮੇਨ ਕਾਰਨ ਵੀ ਹੈਗਾ ਵੀ ਪੋਰਨ ਦੇਖ ਦੇਖ ਕੇ ਇੰਨੇ ਜ਼ਿਆਦਾ ਐਕਸਾਈਟਿਡ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਵੀ ਕਦੋਂ ਫਰਕ ਹੋ ਗਏ ਨੇ। ਸੋ ਇਹਨਾਂ ਚੀਜ਼ਾਂ ਦੇ ਹੱਲ ਹੈਗੇ ਨੇ, ਸਭ ਕੁਛ ਹੈਗਾ, ਇਲਾਜ ਹੈਗਾ। ਜੇ ਤੁਸੀਂ ਚਾਹੋ ਤਾਂ ਆਪਾਂ ਤੁਹਾਡਾ ਟਰੀਟਮੈਂਟ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਪਰ ਇਹ ਵੀ ਪਹਿਲਾਂ ਆਪਣੇ ਆਪ ਨੂੰ ਇਸ ਚੀਜ਼ ਲਈ ਕਨਵਿੰਸ ਕਰੋ ਵੀ ਤੁਹਾਡੇ ਅੰਦਰ ਪ੍ਰੋਬਲਮ ਹੈਗੀ ਹੈ। ਜੇ ਤੁਸੀਂ ਆਪਣੇ ਆਪ ਨੂੰ ਕਨਵਿੰਸ ਕਰ ਲਿਆ, ਸਮਝੋ ਫਿਰ ਪ੍ਰੋਬਲਮ ਦਾ ਹੱਲ ਵੀ ਨਿਕਲ ਆਏਗਾ।
ਅੱਛਾ, ਤੇ ਫਿਰ ਇੱਕ ਹੋਰ ਅਹਿਮ ਸਵਾਲ ਇੱਥੇ, ਜਦੋਂ ਇਦਾਂ ਦੀਆਂ ਬਿਮਾਰੀਆਂ ਦੇ ਵਿੱਚ ਪਾਰਟਨਰ ਜਿਹੜਾ ਮੁਬਤਲਾ ਹੋ ਜਾਂਦਾ ਹੈ, ਫਸ ਜਾਂਦਾ ਹੈ, ਬੁਰੀ ਤਰੀਕੇ ਨਾਲ ਫਸ ਜਾਂਦਾ ਹੈ, ਤੇ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਤੁਹਾਡੇ ਮੁਤਾਬਕ? ਕਿਉਂਕਿ ਇਸ ਮੁੱਦੇ ਤੇ ਕਦੇ ਗੋਰਿਆਂ ਨਾਲ ਤੁਹਾਡੀ ਗੱਲਬਾਤ ਹੋਈ ਹੈ? ਜਦੋਂ ਤੁਸੀਂ ਇਸ ਮੁੱਦੇ ਤੇ ਦੱਸਦੇ ਹੋ, ਤੁਹਾਨੂੰ ਦੱਸਦੇ ਹੋਣਗੇ, ਕਿਉਂਕਿ ਸਟਾਰਟਿੰਗ ਉਧਰਲੇ ਪਾਸੇ ਹੋਇਆ, ਕਨਸੈਪਟ ਉਧਰੋਂ ਹੀ ਆਇਆ ਸਾਡੇ ਕੋਲੇ। ਗੋਰੇ ਕੀ ਸੋਚਦੇ ਨੇ ਇਸ ਮਾਮਲੇ ਦੇ ਉੱਤੇ? ਰੂਕੀ ਸਾਹਿਬ, ਤੁਸੀਂ ਮੇਰੀ ਗੱਲ ਸੁਣ ਕੇ ਬੜੇ ਹੈਰਾਨ ਹੋਵੋਗੇ। ਜਿਹੜੇ ਦੇਖਣ ਵਾਲੇ ਸਾਡੇ ਵੀਰ ਭਰਾ ਨੇ, ਇਹ ਵੀ ਬਹੁਤ ਇੰਟੈਲੀਜੈਂਟ ਨੇ, ਬੜੇ ਸਿਆਣੇ ਨੇ, ਇਹ ਵੀ ਬਹੁਤ ਹੈਰਾਨ ਹੋਣਗੇ ਵੀ ਗੋਰਿਆਂ ਦਾ ਇਸ ਚੀਜ਼ ਦੇ ਉੱਤੇ ਕੀ ਵਿਚਾਰ ਹੈ। ਗੋਰਿਆਂ ਦਾ ਵਿਚਾਰ ਬਹੁਤ ਸਟ੍ਰੇਟ ਤੇ ਸਪਸ਼ਟ ਹੈ। ਉਹ ਕਹਿੰਦੇ ਵੀ ਜਿਹੜੀ ਲੇਡੀ ਦੇ ਉੱਤੇ ਸਾਨੂੰ ਟਰਸਟ ਨਹੀਂ ਹੈਗਾ, ਆਪਾਂ ਉਹਨਾਂ ਨਾਲ ਪਹਿਲੀ ਗੱਲ ਰਿਲੇਸ਼ਨ ਨਹੀਂ ਬਣਾਉਂਦੇ। ਜੇ ਆਪਾਂ ਰਿਲੇਸ਼ਨ ਬਣਾਉਂਦੇ ਹਾਂ ਤਾਂ ਅਸੀਂ ਕਿਹਦੀ ਪ੍ਰੋਟੈਕਸ਼ਨ ਨਹੀਂ ਯੂਜ਼ ਕਰਦੇ। ਅਤੇ ਫਿਰ ਮੈਂ ਕਿਹਾ ਵੀ ਤੁਹਾਨੂੰ ਜਵਾਕਾਂ ਦਾ ਜਾਂ ਇੱਦਾਂ ਦਾ ਕੋਈ ਡਰ ਨਹੀਂ ਹੈਗਾ? ਉਹ ਕਹਿੰਦੇ ਜੀ ਡਰ ਤਾਂ ਬਹੁਤ ਹੈਗਾ, ਤੁਹਾਡੇ ਨਾਲ ਜ਼ਿਆਦਾ ਹੀ ਹੈਗਾ, ਬਟ ਆਪਾਂ ਜਦੋਂ ਵੀ ਫਾਰਗ ਹੋਣ ਵਾਲੇ ਹੁੰਦੇ ਹਾਂ, ਆਪਾਂ ਆਪਣਾ ਬ੍ਰੇਕਾਂ ਟਾਈਮ ਸਿਰ ਲਾ ਲਈ ਦੀਆਂ। ਅਤੇ ਸੋ ਬੜਾ ਸਿੰਪਲ ਜਿਹਾ ਕੰਸੈਪਟ ਹੈ, ਜੋ ਆਪਾਂ ਤੁਹਾਨੂੰ ਇੱਥੇ ਸਮਝਾਉਂਦੇ ਪਏ ਬੈਠੇ, ਉਹ ਗੋਰਿਆਂ ਨੂੰ ਪਹਿਲਾਂ ਹੀ ਸਮਝ ਹੈਗੀ ਹੈ। ਸੋ ਜਿਹੜੀ ਚੀਜ਼ ਉਹਨਾਂ ਨੇ ਬਣਾਈ ਹੈ, ਉਹ ਵਰਤਣ ਲਈ ਤਿਆਰ ਨਹੀਂ ਹੈਗੇ ਆਪਣੀ ਬਣਾਈ ਹੋਈ ਚੀਜ਼ ਨੂੰ, ਅਤੇ ਅਸੀਂ ਵਰਤ ਕੇ ਆਪਣਾ ਨੁਕਸਾਨ ਕਿਉਂ ਕਰ ਰਹੇ ਹਾਂ, ਜਾਂ ਆਪਣੇ ਪਾਰਟਨਰ ਦਾ ਨੁਕਸਾਨ ਕਿਉਂ ਕਰ ਰਹੇ ਹਾਂ। ਅੱਛਾ, ਤੇ ਫਿਰ ਇੱਕ ਹੋਰ ਬੜੀ ਅਹਿਮ ਤੁਹਾਡੇ ਸਵਾਲਾਂ ਦੇ ਵਿੱਚੋਂ ਹੀ, ਤੁਹਾਡੇ ਜਵਾਬਾਂ ਦੇ ਵਿੱਚੋਂ ਸਵਾਲ ਇੱਕ ਹੋਰ ਆਉਂਦਾ ਹੈ ਕਿ ਹੁਣ ਜਿਨ੍ਹਾਂ ਨੇ ਤੁਹਾਡੀ ਵੀਡੀਓ ਦੇਖ ਰਹੇ ਨੇ, ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਹਜੇ ਤਾਜ਼ਾ ਉਹਨਾਂ ਨੂੰ ਹਜੇ ਯੂਜ਼ ਕਰਨ ਲੱਗੇ ਨੇ, ਇਹ ਚੀਜ਼ ਯੂਜ਼ ਕਰਨ ਲੱਗੇ ਨੇ, ਕਈ ਵਾਰ ਨਹੀਂ ਵੀ ਪਤਾ ਹੁੰਦਾ, ਅਵੇਅਰਨੈਸ ਘੱਟ ਹੁੰਦੀ ਹੈ। ਤੇ ਜਿਹੜੀ ਚੀਜ਼ ਯੂਜ਼ ਕਰਨ ਲੱਗੇ ਨੇ, ਜਿਨ੍ਹਾਂ ਨੂੰ ਹਜੇ ਸਟਾਰਟਿੰਗ ਹੈ ਵੈਜ, ਜਿਨ੍ਹਾਂ ਨੂੰ ਹਜੇ ਲੱਗਦਾ ਕਿ ਥੋੜ੍ਹੀ ਦਿੱਕਤ ਹੋਣ ਲੱਗ ਗਈ, ਰੈਸ਼ਿਜ਼ ਹੋਣ ਲੱਗ ਗਏ, ਖਾਰਿਸ਼ ਹੋਣ ਲੱਗ ਗਈ, ਦਾਣੇ ਹੋਣ ਲੱਗ ਗਏ, ਤੇ ਫਿਰ ਉਹ ਆਪਣਾ ਬਚਾਅ ਕਿਵੇਂ ਕਰ ਸਕਦੇ ਨੇ? ਕਿਸ ਤਰੀਕੇ ਨਾਲ, ਕੋਈ ਤੁਹਾਡੇ ਕੋਲ ਫਾਰਮੂਲਾ ਹੈ ਇਸ ਚੀਜ਼ ਤੋਂ ਬਚਣ ਦਾ? ਉਹ ਆਪਣਾ ਬਚਾਅ ਕਿਵੇਂ ਕਰਨ? ਦੇਖੋ ਜੀ, ਇੱਕ ਤਾਂ ਸਭ ਤੋਂ ਜਿਹੜੀ ਮੇਨ ਤੇ ਪਹਿਲੀ ਗੱਲ ਜਿਹੜੀ ਕਰਨ ਵਾਲੀ ਹੈ, ਜਿਨ੍ਹੇ ਇਹ ਪ੍ਰੋਡਕਟ ਯੂਜ਼ ਕੀਤਾ ਹੋਇਆ, ਇਹ ਗੱਲ ਮੈਂ ਦੱਸਣ ਜਾ ਰਿਹਾ ਸਿਰਫ ਉਹਨਾਂ ਲਈ ਜਿਨ੍ਹਾਂ ਨੇ ਪ੍ਰੋਡਕਟ ਯੂਜ਼ ਕੀਤਾ ਹੋਇਆ ਵਾਲਾ, ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ। ਜਿਹੜੇ ਵੀ ਫਲੇਵਰ ਵਾਲਾ ਕੋਂਡਮ ਜਿਨ੍ਹਾਂ ਨੇ ਯੂਜ਼ ਕੀਤਾ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਆਰ ਦੇ ਸੈਟਿਸਫਾਈਡ, ਉਹ ਖੁਸ਼ ਹੋਏ ਨੇ ਉਹ ਚੀਜ਼ ਨੂੰ ਵਰਤ ਕੇ? ਨਹੀਂ, ਬਿਲਕੁਲ ਨਹੀਂ ਖੁਸ਼ ਹੋਏ ਹੋਣਗੇ, ਮੈਂ ਇਹ ਗੱਲ ਦਾ ਦਾਅਵਾ ਕਰਦਾ ਵਾਂ। ਦੂਜੀ ਗੱਲ ਤੇ ਮੇਨ ਗੱਲ ਵੀ ਇਹ ਪ੍ਰੋਡਕਟ ਨੂੰ ਸਟ੍ਰੇਟ ਵੇ ਸਾਡੀ ਇੰਟਰਵਿਊ ਦੇਖਣ ਤੋਂ ਬਾਅਦ ਦੁਬਾਰਾ ਕਦੀ ਸੋਚਿਓ ਵੀ ਨਾ ਵਰਤਣ ਲਈ, ਜੇ ਤੁਸੀਂ ਠੀਕ ਰਹਿਣਾ ਚਾਹੁੰਦੇ ਹੋ। ਤੇ ਉਸ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ ਵੀ ਜੇ ਤੁਸੀਂ ਯੂਜ਼ ਕਰ ਚੁੱਕੇ ਹੋ, ਜਾਂ ਤੁਹਾਨੂੰ ਰੈਸ਼ਿਜ਼ ਹੋ ਰਹੇ ਨੇ, ਜਾਂ ਤੁਹਾਨੂੰ ਈਚਿੰਗ ਦੀ ਪ੍ਰੋਬਲਮ ਆ ਰਹੀ ਹੈ, ਸਟ੍ਰੇਟ ਵੇ ਆਪਣੇ ਡਾਕਟਰ ਨਾਲ ਕੰਸਲਟ ਕਰੋ ਅਤੇ ਆਪਣੇ ਸਕਿਨ ਦਾ ਜੋ ਬਣਦਾ ਟਰੀਟਮੈਂਟ ਕਰਾਓ। ਜੇ ਸਕਿਨ ਦੇ ਟਰੀਟਮੈਂਟ ਤੱਕ ਹਜੇ ਨਹੀਂ ਪਹੁੰਚੀ ਗੱਲ, ਅਤੇ ਇਹਦੇ ਉੱਤੇ ਤੁਸੀਂ ਰੋਜ਼ ਇਹਨੂੰ ਆਪਣੇ ਪਾਰਟ ਨੂੰ, ਜਿਹੜਾ ਇਨਫੈਕਟਿਡ ਪਾਰਟ ਹੈ, ਉਹਨੂੰ ਪ੍ਰੋਪਰਲੀ ਕਲੀਨ ਕਰੋ, ਉਹਦੇ 'ਤੇ ਆਪਣਾ ਜਿਹੜਾ ਹੈਗਾ ਕਰੀਮ ਵਗੈਰਾ ਉਹ ਲਾਓ, ਅਤੇ ਇਹਦੇ ਨਾਲ ਛੇਤੀ ਤੋਂ ਛੇਤੀ ਤੁਹਾਡੀ ਰਿਕਵਰੀ ਹੋ ਜਾਏਗੀ। ਬਟ ਜਿਹੜੀ ਗੱਲ ਮੈਂ ਅੱਗੇ ਕੀਤੀ ਸੀ ਵੀ ਬਾਰ-ਬਾਰ ਜੇ ਉਹਨੂੰ ਯੂਜ਼ ਕਰੋਗੇ, ਬਾਰ-ਬਾਰ ਇੱਕੋ ਜਗ੍ਹਾ ਦੇ ਉੱਤੇ ਸੱਟ ਲੱਗੇਗੀ, ਅਤੇ ਉਹ ਗੱਲ ਵੱਧਦੀ ਇੰਨੀ ਜ਼ਿਆਦਾ ਵੱਧ ਜਾਏਗੀ ਵੀ ਤੁਹਾਡੇ ਮੋੜ ਕੇ ਵੱਸੋਂ ਬਾਹਰ ਹੋ ਜਾਏਗੀ। ਪਰ ਵੈਜ ਜਿਹੜੇ ਲੋਕ ਨੇ, ਇਹ ਇੰਨੇ ਜ਼ਿਆਦਾ ਇਸ ਮਾਮਲੇ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ, ਅਸੀਂ ਕਹਿ ਲਈਏ ਕਿ ਲੁਕੋ ਕੇ ਰੱਖਦੇ ਨੇ ਇੱਦਾਂ ਦੀ ਚੀਜ਼, ਉਹ ਫਿਰ ਕਿਵੇਂ? ਉਹਨਾਂ ਦਾ ਕੋਈ ਇਲਾਜ ਹੈ? ਜਿਹੜੇ ਬਹੁਤ ਜ਼ਿਆਦਾ ਸੰਗਦੇ ਨੇ, ਬਹੁਤ ਜ਼ਿਆਦਾ ਸ਼ਰਮਾ ਕਰਦੇ ਨੇ, ਗੱਲ ਹੀ ਨਹੀਂ ਕਰਦੇ ਕਿਸੇ ਨਾਲ, ਤੇ ਫਿਰ ਜਿਹੜਾ ਇਹ ਰੋਗ ਹੈ, ਕਿੱਥੇ ਤੱਕ ਜਿਹੜਾ ਤੁਸੀਂ ਬੜਾ ਤਜਰਬਾ ਹੈ ਤੁਹਾਡਾ, ਕਿੱਥੇ ਤੱਕ ਤੁਸੀਂ ਦੇਖਿਆ ਕਿ ਫੈਲ ਜਾਂਦਾ? ਦੇਖੋ ਜੀ, ਕੋਈ ਵੀ ਚੀਜ਼ ਹੈ ਨਾ, ਤੁਸੀਂ ਜੇ ਰੋਗ ਨੂੰ ਦਬਾ ਕੇ ਰੱਖੋਗੇ ਤੇ ਰੋਗ ਨੂੰ ਵਧਣ ਦਾ ਮੌਕਾ ਦੇ ਰਹੇ ਹੋ। ਠੀਕ ਹੈ, ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਬੈਂਕ ਲੋਨ ਦੀ, ਜਾਂ ਕਿਸੇ ਸ਼ਾਹੂਕਾਰ ਕੋਲ ਲੋਨ ਲੈਣ ਦੀ। ਕੀ ਕਰਦੇ ਆਪਾਂ? ਲੋਨ ਦੀ ਕਿਸ਼ਤ ਨਹੀਂ ਦੇ ਰਹੇ, ਉਹ ਵਿਆਜ ਦੇ ਉੱਤੇ ਵਿਆਜ ਲੱਗੀ ਜਾ ਰਿਹਾ। ਉਹ ਕਿੰਨਾ ਆਪਾਂ ਲੋਨ ਲਿਆ ਜੀ? 10,000 ਰੁਪਈਆ, ਉਹਦੇ 'ਤੇ ਵਿਆਜ ਕਿੰਨਾ ਲੱਗ ਗਿਆ? ਲੱਖ ਰੁਪਈਆ। ਉਹ ਕਿੰਨਾ ਬਣ ਗਿਆ? 1,10,000। ਹੁਣ ਇਹ ਸੋਚੋ ਵੀ ਤੁਹਾਨੂੰ 10,000 ਮੋੜਨਾ ਸੌਖਾ ਕਿ 1,10 ਮੋੜਨਾ ਸੌਖਾ? ਅਤੇ ਸੋ ਸਿੰਪਲ ਜੀ ਗੱਲ ਇੰਨੀ ਹੈ ਵੀ ਜੇ ਤੁਸੀਂ ਰੋਗ ਨੂੰ ਵਧਣ ਦਾ ਮੌਕਾ ਦਿੱਤਾ ਅਤੇ ਆਪ ਦਾ ਨੁਕਸਾਨ ਆਪ ਕਰੋਗੇ, ਅਤੇ ਉਹਦੀ ਜ਼ਿੰਮੇਵਾਰੀ ਵੀ ਮੁੜ ਕੇ ਤੁਹਾਡੀ ਹੋਏਗੀ, ਸਿਵਾਏ ਪਛਤਾਉਣ ਤੋਂ ਬਾਅਦ 'ਚੋਂ ਐਂਡ 'ਚ ਕੁਛ ਨਹੀਂ ਲੱਭਣਾ। ਅੱਛਾ, ਜੇ ਤੁਹਾਡੇ ਨਾਲ ਕਿਸੇ ਨਾਲ ਗੱਲ ਕਰਨੀ ਹੋਵੇ, ਤੁਸੀਂ ਕਿਸੇ ਨੂੰ ਸਹੀ ਰਾਹ ਪਾਉਣਾ ਹੋਵੇ, ਕਿਉਂਕਿ ਸਾਡੀ ਅਵੇਅਰਨੈਸ ਕੰਪੇਨਿੰਗ ਦੇ ਤਹਿਤ ਹੀ ਅਸੀਂ ਜਿਹੜੀ ਇਹ ਵੀਡੀਓ ਸ਼ੂਟ ਕਰਨ ਲੱਗੇ ਹੋਏ ਹਾਂ, ਅਤੇ ਫਿਰ ਤੁਹਾਡੇ ਨਾਲ ਗੱਲ ਕਰ ਸਕਦੇ ਨੇ? ਦੇਖੋ ਜੀ, ਕਿਸੇ ਵੀ ਮੇਰੇ ਵੀਰ ਭਰਾ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਆਈ ਹੈ ਪ੍ਰੋਟੈਕਸ਼ਨ ਯੂਜ਼ ਕਰਨ ਕਰਕੇ, ਜਾਂ ਅਦਰਵਾਈਜ਼ ਜਿਹਨੇ ਨਹੀਂ ਵੀ ਯੂਜ਼ ਕੀਤੀ, ਜਿਹਨੂੰ ਆਪਣਾ ਪਾਰਟਨਰ ਨੂੰ ਸੈਟਿਸਫਾਈ ਨਹੀਂ ਕਰ ਸਕਦਾ, ਮੈਨੂੰ ਆਪਣਾ ਵੱਡਾ ਭਰਾ ਸਮਝ ਕੇ, ਤਾਇਆ ਸਮਝ ਕੇ, ਚਾਚਾ ਸਮਝ ਕੇ, ਕੁਛ ਵੀ ਸਮਝ ਕੇ, ਆਪਣਾ ਵੱਡਾ ਸਮਝ ਕੇ ਕੋਈ ਵੀ ਮੇਰੇ ਨਾਲ ਸਲਾਹ ਕਰਨੀ ਹੈ। ਸਲਾਹ ਜਿਹੜੀ ਕਰਨੀ ਹੈ ਉਹਦੇ ਬਿਲਕੁਲ ਕੋਈ ਕੋਸਟ ਨਹੀਂ, ਕੋਈ ਉਹਦੇ ਸਲਾਹ ਮਸ਼ਵਰੇ ਦੇ ਚਾਰਜਿਸ ਨਹੀਂ ਹੈਗੇ। ਤੁਸੀਂ ਮੈਨੂੰ ਆਪ ਆ ਕੇ ਮਿਲ ਕੇ
ਜਲੰਧਰ ਆ ਕੇ ਜਲੰਧਰ ਬੱਸ ਸਟੈਂਡ ਦੇ ਕੋਲ ਮੈਂ ਮਿਲਦਾ ਵਾਂ, ਨਰਿੰਦਰ ਸਿਲਮੇ ਦੇ ਬਿਲਕੁਲ ਸਾਹਮਣੇ। ਮੈਨੂੰ ਆਪ ਆ ਕੇ ਵੀ ਮਿਲ ਸਕਦੇ ਹੋ ਤੁਸੀਂ, ਜਾਂ ਫਿਰ ਤੁਸੀਂ ਮੈਨੂੰ ਫ਼ੋਨ 'ਤੇ ਵੀ ਕੰਟੈਕਟ ਕਰ ਸਕਦੇ ਹੋ। ਤੁਸੀਂ ਮੈਨੂੰ, ਜੇ ਤੁਸੀਂ ਫੋਰਨ 'ਚ ਬੈਠੇ ਹੋ, ਬਾਹਰ ਕਿਸੇ ਕੰਟਰੀ 'ਚ ਬੈਠੇ ਹੋ, ਤਾਂ ਤੁਸੀਂ ਮੈਨੂੰ WhatsApp 'ਤੇ ਵੀ ਕਾਲ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ। ਮੇਰਾ ਫੇਸਬੁੱਕ ਦੇ ਉੱਤੇ ਪੇਜ ਹੈਗਾ, ਉੱਤੇ ਵੀ ਕੰਟੈਕਟ ਕਰ ਸਕਦੇ ਹੋ। ਕਿਸੇ ਤਰੀਕੇ ਨਾਲ ਵੀ ਕਰ ਸਕਦੇ ਹੋ ਕੰਟੈਕਟ ਕਰਕੇ ਤੁਸੀਂ ਆਪਦਾ ਮੈਨੂੰ ਕੁਐਸਚਨ ਪੁੱਛੋ, ਜੋ ਵੀ ਤੁਹਾਡੀ ਪ੍ਰੋਬਲਮ ਹੈ ਉਹਦੀ ਡਿਸਕਸ ਕਰੋ। ਬਸ ਗੱਲ ਇਹ 'ਚ ਸ਼ਰਤ ਇੱਕੋ ਹੀ ਹੈ ਵੀ ਜਿਹੜੀ ਮੈਂ ਤੁਹਾਨੂੰ ਸਲਾਹ ਦੇਵਾਂਗਾ, ਉਹ ਮੇਰੀ ਸਲਾਹ ਤੁਸੀਂ ਮੰਨਣੀ ਹੈ। ਸਲਾਹ ਕਰਨ ਦਾ ਫਾਇਦਾ ਤਾਂ ਹੈ ਕਿਸੇ ਨਾਲ, ਜੇ ਤੁਸੀਂ ਅਗਲੇ ਦੀ ਗੱਲ ਸੁਣ ਕੇ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ। ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਸਲਾਹ ਕਰੋਗੇ ਅਤੇ ਮੈਂ ਤੁਹਾਨੂੰ ਸੌਦਾ ਹੀ ਵੇਚਣਾ ਜਾਂ ਮੈਂ ਤੁਹਾਨੂੰ ਦਵਾਈ ਦੇਣੀ ਹੈ। ਜੇ ਤੁਹਾਡਾ ਜਿਹੜਾ ਮੈਟਰ ਹੈ ਤੁਹਾਡਾ, ਕਈ ਵਾਰੀ ਕਈਆਂ ਦਾ ਦਿਮਾਗੀ ਮੈਟਰ ਹੁੰਦਾ, ਕਾਉਂਸਲਿੰਗ ਨਾਲ ਹੱਲ ਹੋ ਜਾਂਦਾ। ਕਈਆਂ ਨੂੰ ਵਹਿਮ ਹੁੰਦਾ। ਸਾਡਾ ਪਹਿਲਾ ਕੰਸੈਪਟ ਇਹੀ ਹੈ ਵੀ ਆਪਾਂ ਬਿਨਾਂ ਦਵਾਈ ਤੋਂ ਪੇਸ਼ੈਂਟ ਨੂੰ ਠੀਕ ਕਰੀਏ, ਜਾਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਆਪਾਂ ਉਹਨੂੰ ਠੀਕ ਕਰੀਏ। ਸਾਡਾ ਇਹ ਕੰਸੈਪਟ ਨਹੀਂ ਹੈਗਾ ਵੀ ਆਪਾਂ ਹਰ ਪੇਸ਼ੈਂਟ ਨੂੰ ਦਵਾਈ ਵੇਚਣੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਇਹ ਸਨ ਵੈਦ ਹਰਸ਼ਵੀਰ ਸਿੰਘ, ਜਿਨ੍ਹਾਂ ਨੇ ਬੜੇ ਹੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜੋਕੇ ਵੇਲੇ ਜਿਹੜਾ ਫਲੇਵਰਡ ਪ੍ਰੋਟੈਕਸ਼ਨ ਦਾ ਟ੍ਰੈਂਡ ਚੱਲ ਰਿਹਾ ਉਹ ਬਹੁਤ ਖਤਰਨਾਕ ਹੈ। ਹਾਲਾਤ ਇਹ ਨੇ ਕਿ ਬਹੁਤ ਵਾਰ ਜਿਹੜਾ ਇਹ ਟ੍ਰੈਂਡ ਹੈਗਾ, ਇਹਦੀ ਯੂਸੇਜ ਹੈਗੀ ਹੈ ਜਿਹੜੀ, ਉਹ ਸਾਨੂੰ ਕੈਂਸਰ ਤੱਕ ਲੈ ਕੇ ਜਾ ਸਕਦੀ ਹੈ। ਸੋ ਅਜਿਹੇ ਹਾਲਾਤਾਂ ਦੇ ਵਿੱਚ ਸ਼ਰਮ ਦੀ, ਸੰਗਣ ਦੀ ਜ਼ਰੂਰਤ ਨਹੀਂ ਹੁੰਦੀ। ਨਾ ਕਿਸੇ ਤਰ੍ਹਾਂ ਦੀ ਕੋਈ ਗੱਲ ਆਪਣੇ ਦਿਲ ਦੇ ਵਿੱਚ ਲੁਕੋ ਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ। ਵੈਦ ਹਰਸ਼ਵੀਰ ਉਹਨਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਜਿਹੜਾ ਸਮੇਂ, ਕੰਮ ਦੇ ਘੰਟੇ ਜਿਹੜੇ ਹੁੰਦੇ ਨੇ ਇੱਕ ਆਮ ਕਰਕੇ ਸਾਡੇ ਪੰਜਾਬ ਦੇ ਵਿੱਚ, ਉਸ ਵੇਲੇ ਕਾਲ ਕੀਤੀ ਜਾ ਸਕਦੀ ਹੈ, ਸਲਾਹ ਲਈ ਜਾ ਸਕਦੀ ਹੈ। ਔਰ ਅਨੇਕਾਂ ਤਰ੍ਹਾਂ ਦੇ ਜਿਹੜੇ ਅਜੋਕੇ ਵੇਲੇ ਟੈਸਟ ਨੇ, ਜਿਨ੍ਹਾਂ ਦੇ ਨਾਲ ਹਰ ਚੀਜ਼ ਖੁੱਲ੍ਹ ਕੇ ਸਾਹਮਣੇ ਆ ਸਕਦੀ ਹੈ ਅਤੇ ਉਸ ਦਾ ਜਿਹੜਾ ਤਰੀਕੇ ਨਾਲ ਜਿਹੜੀ ਟਰੀਟਮੈਂਟ ਹੈਗਾ, ਇਲਾਜ ਹੈ ਜਿਹੜਾ, ਉਹ ਕੀਤਾ ਜਾ ਸਕਦਾ। ਫਿਲਹਾਲ ਤੁਹਾਡੇ ਮਨ ਦੇ ਵਿੱਚ ਇਸ ਵੀਡੀਓ ਤੋਂ ਬਾਅਦ ਕੋਈ ਵੀ ਸਵਾਲ, ਕੋਈ ਸ਼ੰਕਾ ਅਗਰ ਪੈਦਾ ਹੁੰਦੀ ਹੈ ਤਾਂ ਨੀਚੇ ਗੋਰਿਆਂ ਦੇ ਵੈਦ ਦਾ ਜਿਹੜਾ ਨੰਬਰ ਹੈਗਾ ਉਹ ਚੱਲ ਰਿਹਾ ਹੈ। ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਵੈਦ ਹਰਸ਼ਵੀਰ ਸਿੰਘ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਨਾਲ ਮੈਨੂੰ ਇਹ ਜ਼ਰੂਰ ਦੱਸਿਓ ਕਿ ਜਿਹੜਾ ਇਹ ਵਿਸ਼ਾ ਹੈਗਾ ਤੁਹਾਨੂੰ ਕਿਵੇਂ ਲੱਗਿਆ, ਕਿਉਂਕਿ ਜ਼ਿਆਦਾਤਰ ਜਿਹੜੇ ਵੈਦ ਹਕੀਮ ਹੈਗੇ ਨੇ, ਇਹ ਵਿਸ਼ੇ ਜਾਂ ਕੋਈ ਹੋਰ ਜਿਹੜੇ ਲੋਕ ਹੈਗੇ ਨੇ, ਇਹ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਬਹੁਤ ਸੰਗਦੇ ਨੇ। ਪਰ ਸਾਨੂੰ ਲੱਗਦਾ ਕਿ ਜਿਹੜੀ ਚੀਜ਼ ਕੁਦਰਤ ਨੇ ਬਣਾਈ ਹੈ, ਜਿਸ ਚੀਜ਼ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਉਹ ਉਸ ਦੇ ਉੱਤੇ ਗੱਲਬਾਤ ਹੋਣੀ ਬਣਦੀ ਵੀ ਹੈ। ਫਿਲਹਾਲ ਮੈਨੂੰ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।